ਲਿਖੇ ਨੇ, ਕਿਸੇ ਨਾਵਲ ਦੀ ਖੁਦ ਡਰਾਮਾਈ ਤਸ਼ਕੀਲ ਅੱਜ ਤੱਕ ਕਰ ਲਈ ਆ ਜਾਂ ਨਹੀਂ ਕੀਤੀ? हाँ जी, मेरा एक नावल है मुझे हारना ही था, ਉਹਦਾ मैं स्क्रिप्ट लिख चुका। अच्छा, कोई 2-4 एपीसोड रह गए होंगे, बाकी मेरे कोलों लिखिया पिया। स्क्रिप्ट लिखना अल्लाह ताला कोलों डर के कहना कोई मसला नहीं मेरे वास्ते, क्योंकि तहरीर मेरी अपनी है। ते बाकी ड्रामा की तशकील जड़ी है वो फिर प्रोडक्शन हाउस, प्रोड्यूसर, डायरेक्टर खुद करते हैं। ते कोई अगर कोई मेरे नाल राबता करता तो कोई इशू नहीं, मैं इंशाल्लाह लिख सकता, लिखिया जा सकता। जी हाँ। अच्छा, अदबी ग्रोहबंदियां चलदियां ने, कोई फैसलाबाद च भी कोई ऐसा है कोई अदबी ग्रोहबंदी? जी हाँ, कुछ लोग उन्हां नूं अच्छा समझदे, कुछ उन्हां नूं अच्छा। हर साल एक FLF ਦੇ ਨਾਮ ਤੋਂ ਫੈਸਲਾਬਾਦ ਲਿਟਰੇਰੀ ਫੈਸਟੀਵਲ ਦੇ ਨਾਮ ਤੋਂ, ਲਿਟਰੇਰੀ ਫੈਸਟੀਵਲ ਜੀ, ਇੱਕ ਇਸਤਿਹਾਲ ਕੀਤਾ ਜਾਂਦਾ ਫੈਸਲਾਬਾਦ ਦੇ ਅਦੀਬਾਂ ਦਾ। ਪੂਰੇ ਪਾਕਿਸਤਾਨ ਚੋਂ ਅਦੀਬਾਂ ਨੂੰ, ਸ਼ਾਇਰਾਂ ਨੂੰ, ਦਾਨਸ਼ਵਰਾਂ ਨੂੰ ਮਦਊ ਕੀਤਾ ਜਾਂਦਾ, ਔਰ ਉਹਦੇ ਵਿੱਚ ਪਿਛਲੇ ਸਾਲ ਤੱਕ ਜਾਂ ਉਸ ਤੋਂ ਪਿਛਲੇ ਸਾਲ ਤੱਕ ਫੈਸਲਾਬਾਦ ਦਾ ਕੋਈ ਵੀ ਅਦੀਬ, ਸ਼ਾਇਰ, ਦਾਨਸ਼ਵਰ ਸ਼ਾਮਲ ਨਹੀਂ ਸੀ ਹੁੰਦਾ। ਉਹ ਫੈਸਟੀਵਲ ਕਰਵਾਉਣ ਵਾਲੇ ਜਿਹੜੇ ਲੋਕ ਨੇ ਸ਼ਾਇਦ ਫੈਸਲਾਬਾਦ ਨੂੰ, ਇਸ ਮਿੱਟੀ ਨੂੰ ਜ਼ਰਖੇਜ਼ ਨਹੀਂ ਸਮਝਦੇ, ਜਾਂ ਉਹ ਜਾਣ ਬੁੱਝ ਕੇ ਨਜ਼ਰਅੰਦਾਜ਼ ਕਰਦੇ ਨੇ। ਮੈਂ ਆਪਣੇ ਆਪ ਨੂੰ ਅਦੀਬ ਨਹੀਂ ਗਿਣਦਾ, ਲੇਕਿਨ ਜਿਨ੍ਹਾਂ ਨੂੰ ਮੈਂ ਅਦੀਬ ਸਮਝਦਾ ਕਮ ਸੇ ਕਮ ਉਹਨਾਂ ਨੂੰ ਤਾਂ ਬੁਲਾਓ, ਅਸੀਂ ਉਹਨਾਂ ਨੂੰ ਸੁਣਨ ਜਾਈਏ, ਅਸੀਂ ਉਹਨਾਂ ਕੋਲੋਂ ਸਿੱਖੀਏ ਕੁਝ। ਤੇ ਸਾਡੇ ਕੋਲ ਉਹੀ ਲੋਕ ਆ ਜਾਂਦੇ ਨੇ ਜਿਨ੍ਹਾਂ ਨੂੰ ਅਸੀਂ ਟੀਵੀ ਤੇ ਦੇਖਦੇ ਆ, ਉਹੀ ਅਲਫਾਜ਼ ਇੱਥੇ ਅਦਾ ਕਰਕੇ ਚਲੇ ਜਾਂਦੇ ਨੇ, ਤੇ ਜੋ ਸਪਾਂਸਰਸ਼ਿਪ ਆ ਉਹ ਉਹਨਾਂ ਦੀ ਜੇਬ ਭਰਦੀ ਆ, ਫੈਸਲਾਬਾਦ ਦਾ ਅਦੀਬ ਮੋਲ ਦੇਖਦਾ। ਮਸਾ ਤੁਹਾਡੇ ਕਹਿਣ ਦਾ ਮਕਸਦ ਆ ਵਾ ਕਿ ਅਗਰ ਕੋਈ ਫੈਸਲਾਬਾਦ ਦੇ ਹਵਾਲੇ ਨਾਲ ਕੋਈ ਕੰਮ ਹੋ ਰਿਹਾ ਤੇ ਫੈਸਲਾਬਾਦ ਦੇ ਬੰਦਿਆਂ ਨੂੰ ਨੁਮਾਇੰਦਗੀ ਮਿਲਣੀ ਚਾਹੀਦੀ। ਸਰ ਮੈਂ ਸਿਰਫ ਫੈਸਲਾਬਾਦ ਦੀ ਗੱਲ ਨਹੀਂ ਕਰਦਾ, ਪੂਰੇ ਪਾਕਿਸਤਾਨ 'ਚ ਜਿੱਥੇ ਨਹੀਂ ਮਸਲ ਜਿਹੜੇ ਇਲਾਕੇ ਦਾ ਵੀ, ਮਤਲਬ ਲਾਹੌਰ ਦੇ ਅਦਬ ਦੀ ਗੱਲ ਹੁੰਦੀ ਹੈ, ਫੈਸਲਾਬਾਦ ਦੇ, ਕਰਾਚੀ ਦੇ, ਕਮ ਸੇ ਕਮ ਉੱਥੇ ਦੀ ਜਿਹੜੀ ਕੋਈ ਮਕਾਮੀ ਲੋਕ ਨੇ, ਮਕਾਮੀ ਤਨਜ਼ੀਮਾਂ ਨੇ, ਲੋਕ ਨੇ, ਉਹਨਾਂ ਦੀ ਉੱਥੇ ਤੱਕ ਆਉਣੀ ਚਾਹੀਦੀ, ਪਹੁੰਚ ਹੋਣੀ ਚਾਹੀਦੀ। ਖਾਲਸਾ ਸਾਹਿਬ, ਅਦਬ ਤੇ ਅਦੀਬ ਦਾ ਇਸਤਿਹਸਾਲ ਜਿਹੜਾ ਨਾ ਸ਼ੁਰੂ ਤੋਂ ਹੋ ਰਿਹਾ, ਸਾਡੇ ਪੈਦਾ ਹੋਣ ਤੋਂ ਪਹਿਲੇ, ਲਿਖਣ ਤੋਂ ਪਹਿਲੇ ਹੋ ਰਿਹਾ। ਉਹਦੀ ਸਭ ਤੋਂ ਬੜੀ ਵਜ੍ਹਾ ਇਹ ਹੈ ਕਿ ਕਿਸੇ ਵੀ ਗੌਰਮੈਂਟ ਨੇ ਇਸ ਤਰਫ ਆਪਣੀ ਭਰਪੂਰ ਤਵੱਜਾ ਨਹੀਂ ਦਿੱਤੀ। ਭਰਪੂਰ ਤਵੱਜਾ ਤੋਂ ਮੁਰਾਦ ਹੈ ਕਿ ਇੱਕ ਅਦੀਬ ਸਾਈਕਲ ਤੇ ਜਾ ਰਿਹਾ ਜਾਂ ਇੱਕ ਮੋਟਰਸਾਈਕਲ ਤੇ ਜਾ ਰਿਹਾ ਤੇ ਉਹਨੂੰ ਕਿਸੇ ਨੂੰ ਪਤਾ ਹੀ ਨਹੀਂ ਹੈ ਅਦੀਬ ਆ, ਉਹਦਾ ਕੋਈ ਕਾਰਡ ਹੋਵੇ, ਉਹਦੀ ਕੋਈ ਨੰਬਰ ਪਲੇਟ ਹੋਵੇ, ਉਹਦੇ ਕੋਲ ਕੋਈ ਐਸਾ ਡੈਜ਼ਿਗਨੇਸ਼ਨ ਹੋਵੇ, ਤੁਸੀਂ ਭਲੇ ਸੈਲਰੀ ਨਾ ਦਿਓ, ਮਤਲਬ ਤੁਸੀਂ ਚਾਹੁੰਦੇ ਹੋ ਕਿ ਕੌਮੀ ਲੈਵਲ ਤੇ, ਗਵਰਨਮੈਂਟ ਲੈਵਲ ਤੇ ਉਹਨਾਂ ਦੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਆ, ਔਰ ਅਦੀਬ ਦਾ ਕੰਮ ਫਸਟ ਪ੍ਰਾਇੋਰਟੀ ਚ ਹੋਣਾ ਚਾਹੀਦਾ ਹੈ। ਵਫਾਕੀ ਸਤਹ ਦੇ ਉੱਤੇ ਕੋਈ ਐਸਾ ਸਿਲਸਿਲਾ ਥੀਏਟਰ ਵਗੈਰਾ ਦੇ ਹਵਾਲੇ ਨਾਲ ਮੈਂ ਪੜ੍ਹਿਆ ਸੀ ਕਿਤੇ ਕਿ ਉਹਨਾਂ ਦੀ ਕੋਈ ਰਜਿਸਟ੍ਰੇਸ਼ਨ ਵਗੈਰਾ ਉਹਨਾਂ ਦੀ ਫਲਾਹ ਲਈ ਕੋਈ ਗਵਰਨਮੈਂਟ ਕਰਦੀ ਹੈ, ਬਕਾਇਆ ਦਾ ਕੋਈ ਡਰ ਨਹੀਂ। ਉਹ ਫਿਰ ਉੱਥੇ ਤੱਕ ਹੀ ਪਹੁੰਚ ਜਾਂਦਾ ਰਹਿੰਦਾ ਜਿਹੜੇ ਲੋਕ ਕਰਦੇ ਨੇ ਉਹਨਾਂ ਦੇ ਨਾਲ ਕੋਆਪਰੇਟ, ਜਾਂ ਫਿਰ ਜਿਹੜੇ ਲੋਕ ਉਹਨਾਂ ਦੇ ਮਨਜ਼ੂਰੇ ਨਜ਼ਰ ਹੁੰਦੇ ਨੇ। ਅੱਛਾ, ਕੀ ਪਲਾਨ ਕਰਦੇ ਹੋ ਕਿ ਇੱਕ ਸਾਲ 'ਚ ਕਿੰਨੇ ਨਾਵਲ ਤੁਸੀਂ ਲਿਖ ਲੈਂਦੇ ਹੋ ਜਾਂ ਲਿਖ ਸਕਦੇ ਹੋ? ਬਸ ਇੰਨਾ ਹੀ ਲਿਖਣਾ ਚਾਹੁੰਦੇ ਹੋ ਕਿ ਬਸ ਇੱਕ ਅੱਧਾ ਨਾਵਲ ਹੋਣਾ ਚਾਹੀਦਾ? ਜੀ 2004 'ਚ ਪਹਿਲਾ ਨਾਵਲ ਆਇਆ ਸੀ, ਅੱਜ 2023 ਆ, ਯਾਨੀ ਕਿ 18-19 ਸਾਲ ਦਾ ਅਰਸਾ। ਇਹਦੇ 'ਚ ਮੇਰੇ 16 ਨਾਵਲ ਆਏ। 16 ਨਾਵਲ ਤੇ ਸਵਾ ਸਾਲ ਇੱਕ ਨਾਵਲ ਨੂੰ ਮਿਲਿਆ। ਜੀ ਹਾਂ, ਅਗਰ ਮੈਂ ਲਿਖਣ ਦੀ ਇਕੱਲੀ ਮਸ਼ੀਨ ਬਣ ਜਾਵਾਂ, ਮੈਂ ਸਮਝਦਾ ਬਤੌਰ ਕਾਰੀ ਮੇਰਾ ਉਹ ਮਿਆਰ ਵੀ ਨਹੀਂ ਰਹੇਗਾ, ਔਰ ਬਤੌਰ ਰਾਈਟਰ ਜਿਹੜੇ ਲੋਕ ਮੈਨੂੰ ਪੜ੍ਹ ਰਹੇ ਨੇ ਉਹ ਪਸੰਦ ਨਹੀਂ ਕਰਨਗੇ। ਯਾਨੀ ਕਿ ਮਿਆਰ ਦੀ ਬਜਾਏ, ਮਕਦਾਰ ਦੀ ਬਜਾਏ ਮਿਆਰ ਹੋਣਾ ਚਾਹੀਦਾ। ਮੈਂ ਖਾਲਸਾ ਸਾਹਿਬ ਉਨੀ ਦੇਰ ਤੱਕ ਅਗਲਾ ਨਾਵਲ ਨਹੀਂ ਸ਼ੁਰੂ ਕਰਦਾ ਜਿੰਨੀ ਦੇਰ ਤੱਕ ਮੇਰੇ ਪਹਿਲੇ ਨਾਵਲ ਤੇ ਲੋਕ ਤਨਕੀਦ ਨਾ ਕਰ ਲੈਣ, ਔਰ ਮੈਂ ਉਹਦੇ ਚੋਂ ਸਿੱਖ ਕੇ ਫਿਰ ਅਗਲਾ ਨਾਵਲ। ਅੱਛਾ, ਇੱਕ ਤਨਕੀਦ ਤੁਹਾਡੇ ਤੇ ਇਹ ਵੀ ਕੀਤੀ ਜਾਂਦੀ ਹੈ ਕਿ ਤੁਸੀਂ ਪੈਸੇ ਦੇ ਕੇ ਤੇ ਨਾਵਲ ਸ਼ਾਇਆ ਕਰਾਉਂਦੇ ਹੋ, ਇਹਦੇ 'ਚ ਕਿੰਨੀ ਕੁ ਸੱਚਾਈ ਹੈ? ਇਹ ਮੇਰਾ ਅੱਲਾ ਜਾਣਦਾ, ਔਰ ਰਿਜ਼ਕ ਮੇਰੇ ਅੱਗੇ ਪਿਆ, ਅਲਹਮਦੁਲਿਲਾ ਅੱਜ ਤੱਕ ਮੈਂ ਪੈਸੇ ਲਏ ਆ। ਅੱਛਾ, ਪੈਸੇ ਦਿੱਤੇ ਨੇ, ਕਿਉਂਕਿ ਮਸਲ 'ਚ ਬੁਰਾਈ ਵੀ ਕੋਈ ਨਹੀਂ। ਮੈਂ ਸਮਝਦਾ ਵਾਂ ਕਿ ਅਗਰ ਇੱਕ ਨਵਾਂ ਰਾਈਟਰ ਆ, ਅਗਰ ਉਹ ਪੈਸੇ ਲਾ ਕੇ ਆਪਣੀ ਬੁੱਕ 'ਚ ਪਾਉਂਦਾ ਵਾ, ਬੁੱਕ ਵੇਚ ਲੈਂਦਾ, ਫਿਰ ਚਾਹਦੀ ਕੋਈ ਬੁਰਾਈ ਵੀ ਕੋਈ ਨਹੀਂ। ਕਰਦੇ ਨੇ ਲੋਕ, ਮੇਰੇ ਨਾਲ ਰਾਬਤਾ ਕਰਦੇ ਨੇ ਨਵੇਂ ਰਾਈਟਰ ਕਿ ਸਰ ਅਸੀਂ ਕਿਤਾਬ ਛਪਾਉਣੀ ਆ, ਕਿੰਨੇ ਪੈਸੇ ਲੱਗਣਗੇ। ਮੈਂ ਉਹਨਾਂ ਨੂੰ ਡਾਇਰੈਕਟ ਪਬਲਿਸ਼ਰ ਦਾ ਪਤਾ ਦੇ ਦਿੰਦਾ। ਜਿਹੜੇ ਦੋਸਤ ਮੇਰੀ ਇਹ ਬਾਤ ਸੁਣ ਰਹੇ ਨੇ ਉਹ ਇਸ ਗੱਲ ਨਾਲ ਇਤਫਾਕ ਕਰਨਗੇ ਕਿ ਮੈਂ ਕਦੀ ਵੀ ਉਹਨਾਂ ਨੂੰ ਇਹ ਨਹੀਂ ਕਿਹਾ ਮੈਨੂੰ ਇੰਨੇ ਪੈਸੇ ਭੇਜੋ ਮੈਂ ਕਿਤਾਬ ਛਪਵਾ ਦਿੰਦਾ। ਮੈਂ ਕਹਿੰਦਾ ਇਹ ਪਬਲਿਸ਼ਰ ਲਾਹੌਰ ਬੈਠੇ ਨੇ, ਫਲਾਂ ਜਗ੍ਹਾ ਬੈਠੇ ਨੇ, ਇਹ ਉਹਨਾਂ ਦਾ ਨੰਬਰ, ਤੁਸੀਂ ਉਹਨਾਂ ਨਾਲ ਖੁਦ ਕੰਟੈਕਟ ਕਰ ਲਓ। ਬਾਕੀ ਮੇਰੇ ਤੇ ਜਿਹੜੀ ਗੱਲ ਕਰਦੇ ਨਾ ਤੁਸੀਂ ਕਿ ਮੈਂ ਪੈਸੇ ਦੇ ਕੇ ਕਿਤਾਬ ਛਪਾਈ, ਅਗਰ ਮੈਂ ਪੈਸੇ ਦੇ ਕੇ ਕਿਤਾਬ ਛਪਾਉਂਦਾ ਤਾਂ ਫਿਰ ਮੇਰੀ ਉਹ ਗੱਲ ਤੇ ਨਫੀ ਹੋ ਗਈ ਨਾ ਕਿ ਮੈਂ
ਮੇਰੇ ਪੈਰਾਂ 'ਚ ਛਾਲੇ ਪੈ ਗਏ ਤੇ ਮੈਂ ਖੂਨ ਥੁੱਕਿਆ ਇਸ ਵਾਸਤੇ, ਇਹਨੂੰ ਲਿਖਣ ਵਾਸਤੇ। ਤੇ ਇਹ ਮੇਰਾ ਕੋਈ ਵੀ ਪਬਲਿਸ਼ਰ ਜਾਂ ਮੇਰਾ ਕੋਈ ਵੀ ਕਾਰੀ ਅਗਰ ਇਸ ਗੱਲ ਨੂੰ ਕਹਿੰਦਾ ਕਿ ਭਾਈ ਸਾਹਿਬ ਪੈਸੇ ਦੇ ਕੇ ਛਪਾਉਂਦੇ ਨੇ। ਅੱਛਾ, ਜਿਹੜੇ ਤੁਹਾਡੇ ਹਮ ਅਸਰ ਨੇ ਇਸ ਵੇਲੇ ਲਿਖਣ ਵਾਲੇ, ਜੀ ਜੀ, ਜ਼ਾਹਰ ਆ ਤੁਹਾਡੀ ਉਹਨਾਂ ਦੇ ਨਾਲ ਕੋਈ ਦੁਆਸਲਾਮ ਹੋਏਗੀ, ਦੋਸਤ ਵੀ ਹੋਣਗੇ ਕੋਈ ਐਸਾ ਨਾਮ ਜਿਹੜਾ ਹਟ ਕੇ ਲਿਖ ਰਿਹਾ ਹੋਵੇ, ਜਿਹੜਾ ਵਾਕਈ ਯਾਨੀ ਕਿ ਅਸੀਂ ਇਹ ਨਹੀਂ ਕਿ ਤੁਹਾਡੀ ਉਹਨਾਂ ਦੋਸਤੀ ਆ ਤੇ ਤੁਸੀਂ ਉਹਦਾ ਨਾਂ ਲਓ, ਕੋਈ ਐਸਾ ਨਾਮ ਜਿਹੜਾ ਤੁਹਾਨੂੰ ਵੀ ਹਰਟ ਕਰਦਾ ਹੋਵੇ ਕਿ ਯਾਰ ਇਹ ਬੰਦਾ ਦਿਲ ਦੇ ਕਰੀਬ ਚੀਜ਼ ਲਿਖ ਰਿਹਾ। ਸਭ ਤੋਂ ਬੜੀ ਬਾਤ ਖਾਲਸਾ ਸਾਹਿਬ ਇਹ ਹੈ ਕਿ ਅੱਜ ਦੇ ਦੌਰ 'ਚ ਨਾ ਮੁਤਾਲਿਆ ਬਹੁਤ ਕਮ ਹੋ ਗਿਆ। ਸਹੀ। ਅਗਰ ਅਸੀਂ ਮੁਤਾਲਿਆ ਦੇ ਨਾਲ ਜੁੜੇ ਰਹੀਏ ਤੇ ਫਿਰ ਸਾਨੂੰ ਪਤਾ ਵੀ ਚੱਲਦਾ ਕਿਹੜਾ ਬੰਦਾ ਠੀਕ ਲਿਖ ਰਿਹਾ, ਕਿਹੜਾ ਬੰਦਾ ਬਹੁਤ ਅੱਛਾ ਔਰ ਮੁਨਫਰਦ ਲਿਖ ਰਿਹਾ। ਉਹੀ ਇੱਕ ਰੂਟੀਨ ਚੱਲ ਰਹੀ ਹੈ ਜਿਹੜੀ ਮੈਂ ਗੁਜ਼ਸ਼ਤਾ 30-35 ਸਾਲ ਤੋਂ ਦੇਖ ਰਿਹਾ। ਲਿਖਾਰੀ ਦਾ ਕਲਮ ਚੱਲ ਰਿਹਾ, ਅਦੀਬ ਲਿਖ ਰਿਹਾ, ਕਾਰੀ ਪੜ੍ਹ ਰਹੇ ਨੇ, ਕਾਰੀ ਤਨਕੀਦ ਕਰਦਾ, ਅਦੀਬ ਸਿੱਖ ਰਿਹਾ, ਉਹ ਸਿਲਸਿਲਾ ਚੱਲੀ ਜਾ ਰਿਹਾ। ਮੈਨੂੰ ਤੇ ਅੱਜ ਦੇ ਆਪਣੇ ਹਮ ਅਸਰ ਲੋਕਾਂ 'ਚ ਆਪਣੇ ਸਮੇਤ ਕੋਈ ਐਸਾ ਬੰਦਾ ਨਜ਼ਰ ਨਹੀਂ ਜਿਹੜਾ ਮੁਨਫਰਦ ਕੰਮ ਕਰ ਰਿਹਾ ਹੋਵੇ। ਅਗਰ ਕੋਈ ਮੁਨਫਰਦ ਕਰ ਵੀ ਰਿਹਾ ਤੇ ਉਸ ਬੰਦੇ ਨੂੰ ਤੁਸੀਂ ਟੀਵੀ ਤੇ ਨਹੀਂ ਦੇਖੋਗੇ, ਕਿਉਂਕਿ ਉਹ ਇਨਫਰਾਦੀਅਤ ਆ। ਇਹ ਵੀ ਅਲਮੀ ਹੈ। ਹਾਂਜੀ, ਇਹ ਅਲਮੀ ਹੈ। ਉਹਨੂੰ ਤੁਸੀਂ ਟੀਵੀ ਤੇ ਨਹੀਂ ਦੇਖੋਗੇ ਕਿਉਂਕਿ ਅਸੀਂ ਭੇਡ ਚਾਲ ਦਾ ਸ਼ਿਕਾਰ ਹੋ ਚੁੱਕੇ ਹਾਂ। ਅਸੀਂ ਇਨਫਰਾਦੀਅਤ ਨੂੰ ਅਪਣਾਉਣਾ ਹੀ ਨਹੀਂ ਚਾਹੁੰਦੇ। ਇਹ ਅਲਮੀ ਹੈ ਬਿਲਕੁਲ। ਅੱਛਾ, ਪ੍ਰੋਡਕਸ਼ਨ ਹਾਊਸ ਬਣੇ ਨੇ, ਟੀਵੀ ਚੈਨਲ ਨੇ, ਅਦਾਰੇ ਨੇ ਜੀ, ਤੇ ਕਿਆ ਉੱਥੇ ਵੀ ਕੋਈ ਰੈਫਰੈਂਸ ਚੱਲਦੇ ਨੇ ਜਾਂ ਉਹ ਲੋਕ ਵੀ ਦੇਖਦੇ ਨੇ ਕਿ ਯਾਰ ਫਲਾਂ ਬੰਦੇ ਨੇ ਕੋਈ ਨਵਾਂ ਕੰਮ ਕੀਤਾ, ਇਸ ਬੰਦੇ ਨੂੰ ਟੱਚ ਕਰਨਾ ਚਾਹੀਦਾ? ਹਾਂ, ਉੱਥੇ ਰੈਫਰੈਂਸ ਚੱਲਦੇ ਨੇ ਬਿਲਕੁਲ, ਔਰ ਉੱਥੇ ਸਿਫਾਰਿਸ਼ ਵੀ ਚੱਲਦੀ ਹੈ ਬਿਲਕੁਲ, ਔਰ ਉੱਥੇ ਰਿਸ਼ਵਤ ਵੀ ਚੱਲਦੀ ਹੈ। ਇਹ ਮੈਂ ਕੋਈ ਐਵੇਂ ਕੋਈ ਗੱਲਾਂ ਨਹੀਂ ਕਰ ਰਿਹਾ, ਹਵਾ 'ਚ ਤੀਰ ਨਹੀਂ ਮੈਂ ਛੱਡ ਰਿਹਾ। ਮੇਰੇ ਨਾਲ ਹੋਇਆ ਇਸ ਤਰ੍ਹਾਂ, ਮੇਰੇ ਨਾਲ ਇਸ ਤਰ੍ਹਾਂ ਹੋਇਆ। ਇੱਕ ਬੰਦੇ ਨੇ ਮੇਰੇ ਕੋਲੋਂ ਸ਼ਾਰਟ ਸਟੋਰੀ ਮੰਗ ਲਈ, ਟੈਲੀ ਫਿਲਮ 70 ਮਿੰਟ ਦੀ। ਮੈਂ ਉਹਨਾਂ ਨੂੰ ਸਕ੍ਰਿਪਟ ਲਿਖ ਕੇ ਭੇਜ ਦਿੱਤਾ, ਕਰਾਚੀ ਦਾ ਬੰਦਾ, ਸਕ੍ਰਿਪਟ ਲਿਖ ਕੇ ਭੇਜ ਦਿੱਤਾ ਤੇ ਉਹ ਕਹਿੰਦੇ ਜੀ ਅਸੀਂ ਪੜ੍ਹ ਲਿਆ, ਦੇਖ ਲਿਆ, ਕਿਉਂਕਿ 1 ਲਾਈਨ ਪਸੰਦ ਕੀਤਾ ਗਿਆ ਸੀ। ਤੇ ਉਹਨਾਂ ਨੇ ਕਿਹਾ ਮਾਈ ਸਾਹਿਬ, ਇਹ ਪੁਰਾਣੀ ਗੱਲ ਕਰ ਰਹੇ ਹਾਂ, ਉਦੋਂ ਪੈਸੇ ਦੀ ਕੋਈ ਵੈਲਿਊ ਸੀ। ਉਹਨਾਂ ਨੇ ਕਿਹਾ ਮਾਈ ਸਾਹਿਬ ਮੈਨੂੰ ਤੁਸੀਂ ਨਾ 20,000 ਭੇਜੋ, ਇਹਦਾ ਪਹਿਲੇ ਐਪੀਸੋਡ ਤੇ ਕੰਮ ਤੇ ਸ਼ੁਰੂ ਕਰੀਏ। ਅੱਛਾ, 20 ਤੁਹਾਡੇ ਪੈਸੇ ਨੇ? ਹਾਂ, 20,000 ਰੁਪਇਆ। ਮੈਂ ਕਿਹਾ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਮੈਨੂੰ ਦੇਣੇ ਕਿੰਨੇ ਆ? ਅੱਛਾ ਅੱਛਾ, ਇਹ ਤੇ ਮੈਂ ਤੁਹਾਨੂੰ 20,000 ਰੁਪਇਆ ਭੇਜ ਦਿੰਦਾ ਵਾ ਕਿ ਤੁਸੀਂ ਇਹਨੂੰ ਟੈਲੀਫਿਲਮ ਨੂੰ ਕੋਈ 10 ਮਿੰਟ 20 ਮਿੰਟ ਦਾ ਕੰਮ ਸ਼ੁਰੂ ਕਰਨਾ ਮੇਰੇ 20,000 ਰੁਪਏ ਨਾਲ, ਤੇ 70 ਮਿੰਟ ਤੋਂ ਬਾਅਦ ਮੈਨੂੰ ਦੇਣੇ ਕਿੰਨੇ ਆ ਤੁਸੀਂ? ਇਹ ਤੇ ਮੇਰੇ ਨਾਲ ਮੁੱਕ ਲਓ। ਪਹਿਲੇ ਤੁਹਾਡੇ 20 ਮਿੰਟ ਮੈਂ ਕਢਾ ਦਿੰਦਾ ਤੇ ਅਗਲੇ 70 ਮਿੰਟ ਕਿੱਦਾਂ ਕਢਾਉਣੇ? ਉਹ ਕਿੱਦਾਂ ਕਢਾਉਣੇ ਇਹ ਤੇ ਦੱਸੋ ਤੁਸੀਂ। ਅੱਛਾ, ਤੇ ਇਸ ਵਾਸਤੇ ਉੱਥੇ ਪੈਸਾ ਚੱਲਦਾ। ਬਸ ਉਹ ਫਿਰ ਸ਼ਾਰਟ ਫਿਲਮ ਸ਼ਾਰਟ ਹੋ ਗਈ, ਉਹ ਬਹੁਤ ਸਾਰੀ ਸ਼ਾਰਟ ਹੋ ਗਈ, ਉਹਨੇ ਮੈਨੂੰ ਵੀ ਸ਼ਾਰਟ ਕਰ ਦਿੱਤਾ। ਦੂਸਰੀ ਬਾਤ ਖਾਲਸਾ, ਮੈਂ ਫੈਸਲਾਬਾਦ 'ਚ ਬੈਠਾ, ਮੈਂ ਅਗਰ ਲਾਹੌਰ, ਕਰਾਚੀ, ਇਸਲਾਮਾਬਾਦ ਬੈਠਾ ਹੋਵਾਂ, ਮੈਂ ਇਹਨਾਂ ਪਬਲਿਸ਼ਰਾਂ ਨੂੰ ਡੇਲੀ ਮਿਲਾਂ, ਇਹ ਮੈਨੂੰ ਡੇਲੀ ਮਿਲਣ, ਮੈਂ ਆਪਣੀਆਂ ਤਹਿਰੀਰਾਂ ਇਹਨਾਂ ਨੂੰ ਦੇਵਾਂ, ਇਹ ਮੇਰੀਆਂ ਤਹਿਰੀਰਾਂ ਪੜ੍ਹਨ, ਫਿਰ ਇਹਨਾਂ ਦੇ ਨਾਲ ਰਾਬਤਾ ਹੋ ਸਕਦਾ। ਫਿਰ ਇਹ ਅੱਗੇ ਬੰਦੇ ਨੂੰ ਕੋਈ ਸ਼ਰਮੋ ਬਸ਼ਰਮੀ ਲੈ ਕੇ ਚੱਲਦੇ ਨੇ। ਹੁਣ ਇੱਕ ਬੰਦਾ ਫੈਸਲਾਬਾਦ 'ਚ ਬੈਠਾ, ਤੇ ਫੈਸਲਾਬਾਦ ਨੂੰ ਤੇ ਵੈਸੇ ਵੱਡੇ ਲੋਕ ਕਹਿੰਦੇ ਨੇ ਇਹ ਪਿੰਡ ਹੈਗਾ, ਵੱਡਾ ਪਿੰਡ ਹੈਗਾ। ਅੱਛਾ ਮਾਈ ਸਾਹਿਬ, ਜ਼ਾਹਰ ਹੈ ਤੁਸੀਂ ਇੰਨੇ ਅਰਸੇ ਤੋਂ ਲਿਖ ਰਹੇ ਹੋ, 16-17 ਤੁਹਾਡੇ ਨਾਵਲ ਨੇ ਮਾਰਕੀਟ ਦੇ ਵਿੱਚ, ਕੁਛ ਅਦਬੀ ਤਨਜ਼ੀਮਾਂ ਨੇ ਤੁਹਾਨੂੰ ਕੋਈ ਅਵਾਰਡਸ ਜਾਂ ਸਰਟੀਫਿਕੇਟ ਦਾ ਸਿਲਸਿਲਾ ਤੇ ਹੋਏਗਾ ਹੀ, ਕੋਈ ਹਕੂਮਤੀ ਲੈਵਲ ਤੇ ਵੀ ਤੁਹਾਡੀ ਕੋਈ ਪਜ਼ੀਰਾਈ ਜਾਂ ਕੋਈ ਅਵਾਰਡ ਜਾਂ ਕੋਈ ਚੀਜ਼? ਮੈਂ ਖਾਲਸਾ ਸਾਹਿਬ, ਮੈਂ ਜਿੰਨੀਆਂ ਵੀ ਅਦਬੀ ਤਨਜ਼ੀਮਾਂ ਨੇ ਫੈਸਲਾਬਾਦ 'ਚ ਜਾਂ ਪਾਕਿਸਤਾਨ 'ਚ ਕੰਮ ਕਰਦੀਆਂ ਨੇ, ਜਿਹੜੇ ਲੋਕ ਅਵਾਰਡ ਤਕਸੀਮ ਕਰ ਰਹੇ ਨੇ, ਧੜ ਤਕਸੀਮ ਕਰ ਰਹੇ ਨੇ। ਪਿਛਲੇ ਦਿਨਾਂ ਮੈਂ ਪੜ੍ਹ ਰਿਹਾ ਸੀ ਕਿ ਕੁਝ ਦੋਸਤ ਪੈਸੇ ਦੇ ਕੇ ਅਵਾਰਡ ਖਰੀਦ ਰਹੇ ਨੇ। ਅੱਛਾ ਅੱਛਾ, ਹਾਂਜੀ, ਪੈਸੇ ਦੇ ਕੇ ਅਵਾਰਡ ਖਰੀਦ ਰਹੇ ਨੇ। ਮੈਂ ਇਹਨਾਂ ਜਿਹੜੇ ਇਨਵੀਟੇਸ਼ਨ, ਮੈਂ ਉਹਨਾਂ 'ਚ ਇਵੈਂਟ ਹੁੰਦੇ ਨੇ, ਮੈਂ ਉਹਨਾਂ 'ਚ ਨਹੀਂ ਜਾਂਦਾ। ਉਹਦੀ ਵਜ੍ਹਾ ਇਹ ਹੈ ਕਿ ਇੱਕ ਮੈਂ ਇਹਨੂੰ ਵਕਤ ਦਾ ਜ਼ਿਆ ਸਮਝਦਾ ਕਿ ਅਗਰ ਤੁਹਾਡੀ ਤਹਿਰੀਰ 'ਚ ਜਾਨ ਆ ਨਾ, ਅਸਲ ਅਵਾਰਡ ਤੁਹਾਡਾ ਕਾਰੀ ਆ, ਤੁਹਾਡਾ ਰੀਡਰ ਅਸਲ ਅਵਾਰਡ ਆ, ਜਿੰਨੇ ਤੁਹਾਡੇ ਤੇ ਤਨਕੀਦ ਜਾਂ ਤਾਰੀਫ ਕਰਨੀ ਆ। ਇੱਕ ਪਲਾਸਟਿਕ ਦਾ ਜਾਂ ਇੱਕ ਲੋਹੇ ਦਾ ਕੱਪ ਰੱਖ ਕੇ ਜਾਂ ਇੱਕ ਸ਼ੀਲਡ ਰੱਖ ਕੇ, ਇੱਕ ਸਰਟੀਫਿਕੇਟ ਰੱਖ ਕੇ ਉਹਨੂੰ ਦੀਵਾਰ ਤੇ ਚਿਪਕਾ ਕੇ, ਮੈਂ ਉਹਨੂੰ ਕੋਈ ਅਵਾਰਡ ਨਹੀਂ ਸਮਝਦਾ। ਇੱਕ ਇਹ ਬਾਤ। ਦੂਸਰੀ ਬਾਤ ਇਹ ਕਿ ਕਿੰਨੇ ਲੋਕਾਂ ਨੇ ਮੈਨੂੰ ਅਵਾਰਡ ਦਿੱਤੇ ਜਾਂ ਕਿੰਨੇ ਅਦਾਰਿਆਂ ਨੇ ਮੈਨੂੰ ਅਵਾਰਡ ਦਿੱਤੇ, ਮੇਰੇ ਕੋਲ ਢੇਰ ਲੱਗਾ ਪਿਆ, ਯਕੀਨ ਕਰੋ। ਔਰ ਉਹ ਇਸ ਤਰ੍ਹਾਂ ਮਿਲੇ ਨੇ ਕਿ ਮੈਂ ਉਹਨਾਂ 'ਚ ਗਿਆ ਹੀ ਨਹੀਂ, ਉਹ ਮੇਰੇ ਘਰ ਭਿਜਵਾ ਦਿੱਤੇ ਗਏ ਜਾਂ ਮੇਰੇ ਨਾਮ ਤੋਂ ਦਿੱਤੇ ਗਏ ਨੇ। ਉਹ
ਸਾਰੇ ਪਏ ਨੇ। ਕਿਆ ਇਹ ਅਵਾਰਡ ਜਿਹੜੇ ਨੇ ਕਿਸੇ ਇੱਕ ਗਰੀਬ ਲਿਖਾਰੀ ਨੂੰ ਇੱਕ ਟਾਈਮ ਦੀ ਰੋਟੀ ਦੇ ਸਕਦੇ ਨੇ? ਸਹੀ, ਕਦੀ ਵੀ ਨਹੀਂ ਦੇ ਸਕਦੇ। ਨਹੀਂ, ਕੁਝ ਤਨਜ਼ੀਮਾਂ ਸੁਣਿਆ ਸੀ ਨਾ, ਕੋਈ ਨਾਲ ਪੈਸੇ, ਕੋਈ 5 ਲੱਖ ਦੇ ਰਿਹਾ, ਕੋਈ 10 ਲੱਖ ਦੇ ਰਿਹਾ। ਪਿਛਲੇ ਦਿਨ ਮੈਂ ਵੀ ਇੱਕ ਇਸ਼ਤਿਹਾਰ ਪੜਿਆ ਸੀ, ਕੋਈ ਐਸਾ, ਚਲੋ ਕਿਸੇ ਦਾ ਕੋਈ ਤੇ ਹੈ ਨਾ ਕਿ ਚਲੋ ਅਗਰ 10 ਲੱਖ ਦੀ ਇੱਕ ਅਮਾਉਂਟ ਮਿਲ ਜਾਂਦੀ ਹੈ, ਕੋਈ ਗਰੀਬ ਲਿਖਾਰੀ ਲਈ, ਗਰੀਬ ਆਦਮੀ ਲਈ ਇੱਕ ਅਮਾਉਂਟ ਤੇ ਹੈ ਨਾ। ਤੁਸੀਂ ਮਾਸ਼ਾਅੱਲਾ ਤੁਹਾਡਾ ਹਲਕਾ ਅਹਿਬਾਬ ਬਹੁਤ ਬੜਾ ਖਾਲਸਾ। ਮੈਂ ਵੀ ਇੱਕ ਅਦਨਾ ਜਿਹਾ ਤੁਹਾਡਾ ਦੋਸਤ ਆ, ਤੁਹਾਡੇ ਹਲਕਾ ਅਹਿਬਾਬ ਚਾਹੁੰਦਾ। ਤੁਸੀਂ ਆਪਣੇ ਈਮਾਨ ਨਾਲ ਦੱਸੋ, ਅਗਰ ਤੁਹਾਡਾ 100 ਬੰਦਾ ਵਾਕਿਫ ਆ, ਤੁਹਾਡੇ 100 ਬੰਦੇ ਜੋ ਕਿਸੇ ਨੂੰ 10 ਲੱਖ ਮਿਲਿਆ, ਕਿਸੇ ਨੂੰ ਨਹੀਂ ਮਿਲਿਆ ਹੋਣਾ। ਯਾਨੀ ਕਿ ਉਹਦੇ ਚ ਵੀ ਤੁਸੀਂ ਉਹ ਬੰਦਰ ਔਰ ਬਾਂਟ ਵਾਲੀ ਗੱਲ, ਬੰਦਰ ਬਾਂਟ, ਹਾਂ। ਯਾਨੀ ਕਿ ਇਹ ਇੱਕ ਐਸਾ ਸ਼ੋਭਾ, ਅਦਬ ਦਾ ਇੱਕ ਐਸਾ ਸ਼ੋਭਾ, ਜਿੱਥੇ ਅਗਰ ਕੋਈ ਚੀਜ਼ ਪੇਸ਼ ਕਰਨੀ ਆ, ਉਹ ਅਦਬ ਦੇ ਦਾਇਰੇ 'ਚ ਰਹਿ ਕੇ ਅਦਬ ਨੂੰ ਮਲਹੂਜ਼ੇ ਖਾਤਰ ਰੱਖਦੇ ਆ। ਬਿਲਕੁਲ ਇਨਸਾਫ ਦੇ ਨਾਲ ਉਹ ਚੀਜ਼ ਮਿਲਣੀ। ਇਹ ਜਿਹੜੇ ਅਵਾਰਡਸ ਨੇ, ਹਾਂਜੀ, ਇੱਕ ਲਿਖਾਰੀ ਦੀ ਤਵਾਨਾਈ ਨੂੰ ਵਧਾਉਂਦੇ ਨੇ ਜਾਂ ਬਸ ਨਹੀਂ? ਜਦੋਂ ਇਹਨਾਂ ਦੀ ਅਹਿਮੀਅਤ ਕੋਈ ਨਹੀਂ ਕਿ ਸਿਰਫ ਤੁਸੀਂ ਇੱਕ ਰੈਕ 'ਚ ਲਗਾ ਕੇ ਰੱਖ ਦੇਣਾ ਤੇ ਤਵਾਨਾਈ ਕੀ ਕਰੇਗੀ? ਬਾਕੀ ਰਹਿ ਗਈ ਪੈਸਿਆਂ ਦੀ ਗੱਲ, ਤੇ ਪੈਸੇ ਜਿਹੜੇ ਆ ਉਹ ਕਦੀ ਵੀ ਹੱਕਦਾਰ ਤੱਕ ਨਹੀਂ ਪਹੁੰਚੇ ਮੇਰੀ ਜ਼ਿੰਦਗੀ ਤੇ ਕਮ ਸੇ ਕਮ। ਲੇਕਿਨ ਅਵਾਰਡ ਦਾ ਸਿਲਸਿਲਾ ਜਾਰੀ ਰਹਿਣਾ ਚਾਹੀਦਾ, ਜਾਰੀ ਰਹਿਣਾ ਚਾਹੀਦਾ, ਮਿਲਣਾ ਚਾਹੀਦਾ ਅਵਾਰਡ। ਅੱਛਾ, ਜ਼ਿੰਦਾ ਸ਼ਖਸੀਅਤ ਦੇ ਉੱਤੇ ਮਕਾਲੇ ਲਿਖੇ ਜਾ ਰਹੇ, ਮਸਲ ਜਿੱਦਾਂ ਤੁਹਾਡੇ ਤੇ ਵੀ, ਤੁਸੀਂ ਹਯਾਤ ਹੋ, ਜ਼ਿੰਦਾ ਹੋ, ਤੁਹਾਡੇ ਕੰਮ ਤੇ ਐਮਫਿਲ ਲੈਵਲ ਦੇ, ਜੀ ਹਾਂ, ਐਮਫਿਲ ਲੈਵਲ ਦੇ ਮਕਾਲੇ ਲਿਖੇ ਗਏ। ਫਾਰੂਕ ਸਾਹਿਬ ਤੇ ਵੀ, ਅਮਜਦ ਜਵੇਦ ਸਾਹਿਬ ਤੇ ਵੀ, ਹਾਂ, ਬਲਕਿ ਕੁਝ ਦੋਸਤਾਂ ਦੇ PhD ਲੈਵਲ ਦੇ ਵੀ ਮਕਾਲੇ ਲਿਖੇ। ਜੀ ਬਿਲਕੁਲ। ਤੁਸੀਂ ਸਮਝਦੇ ਹੋ ਕਿ ਇਹ ਕੰਮ ਅਦੀਬ ਦੀ ਜ਼ਿੰਦਗੀ 'ਚ ਹੋਣਾ ਚਾਹੀਦਾ? ਇਹ ਨਵੀਂ ਨਸਲ ਨੂੰ ਇਸ ਤਰਫ ਰਾਗਬ ਕਰਨ ਵਾਸਤੇ ਇੱਕ ਬਿਹਤਰੀਨ ਕੰਮ ਆ, ਕਿਉਂਕਿ ਜਿਹੜਾ ਸਟੂਡੈਂਟ ਮਕਾਲਾ ਲਿਖਦਾ ਨਾ, ਮੇਰੇ ਹੁਣ 16 ਨਾਵਲ, ਜਿਨ੍ਹਾਂ ਚੋਂ 14 ਨਾਵਲਾਂ ਤੇ ਇੱਕ ਬੱਚੀ ਹੈ GC ਯੂਨੀਵਰਸਿਟੀ ਦੀ ਸਟੂਡੈਂਟ, ਉਹਨੇ ਮੁਕੰਮਲ ਇੱਕ ਮਕਾਲਾ ਐਮਫਿਲ ਲੈਵਲ ਦਾ ਲਿਖਿਆ। ਇਹਦਾ ਮਤਲਬ ਕਿ ਉਹਨਾਂ ਨੇ ਮੇਰੇ 14 ਨਾਵਲ ਪੜ੍ਹੇ ਨੇ। ਅੱਛਾ। ਔਰ ਉਹ ਜਦੋਂ ਮਕਾਲਾ ਮੁਕੰਮਲ ਹੋ ਗਿਆ, ਥੀਸਿਸ ਮੇਰੇ ਤੱਕ ਬੁੱਕ ਪਹੁੰਚ ਗਈ, ਉਹ ਬੱਚੀ ਨੇ ਜਿਹੜੇ ਮੇਰੇ 14 ਨਾਵਲ ਪੜ੍ਹੇ ਨੇ, ਉਹ ਜਦੋਂ ਕਿਤੇ ਵੀ ਬੈਠੀ ਕੋਈ ਗੱਲ ਕਰੇਗੀ, ਉਹਦੇ ਜ਼ਿਹਨ 'ਚ ਮੇਰੇ ਨਾਵਲਾਂ ਦੇ ਮੁਤਲਕ ਕੋਈ ਨਾ ਕੋਈ ਚੀਜ਼ ਰਹਿ ਗਈ ਹੋਏਗੀ, ਔਰ ਉਹ ਅੱਗੇ ਆਪਣੀ ਆਉਣ ਵਾਲੀ ਨਸਲਾਂ ਨੂੰ ਵੀ ਦੱਸ ਸਕਦੀ ਹੈ ਕਿ ਮੈਂ ਇੰਨੀਆਂ ਕਿਤਾਬਾਂ ਪੜ੍ਹੀਆਂ ਨੇ। ਲੇਕਿਨ ਉਹਦੇ ਨਾ ਤਨਕੀਦ ਕੀਤੀ ਜਾਂਦੀ ਹੈ ਕਿ ਜਿਸ ਤਰ੍ਹਾਂ ਇੱਕ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਇੱਕ ਲੈਟਰ ਤੁਰਿਆ ਫਿਰਨ ਡਿਆ, ਜਿਹਦੇ 'ਚ ਉਹਨੇ ਕਿਹਾ ਕਿ ਇਹ ਜਿਹੜੀ ਸ਼ਖਸੀਅਤ ਦੇ ਉੱਤੇ ਮਕਾਲਾ ਲਿਖਿਆ ਜਾ ਰਿਹਾ, ਮੈਂ ਇਹਦਾ ਕੰਮ ਕਿਤੇ ਦੇਖਿਆ ਹੀ ਨਹੀਂ, ਇਹਦਾ ਨਾਮ ਮੈਂ ਕਿਤੇ ਸੁਣਿਆ ਹੀ ਨਹੀਂ। ਉਹ ਇਸ ਤਰ੍ਹਾਂ ਹੁੰਦਾ ਖਾਲਸਾ, ਮਤਲਬ ਐਸਾ ਵੀ ਹੋਇਆ ਵਾ ਕਿ ਇੱਕ ਅੱਧੀ ਚੀਜ਼ ਦੇ ਉੱਤੇ ਮਕਾਲਾ ਲਿਖਤਾ ਕਿਸੇ ਨੇ, ਇਹ ਜ਼ਿਆਦਤੀ ਨਹੀਂ? ਹਾਂਜੀ, ਇਹ ਹੁੰਦਾ ਇਸ ਤਰ੍ਹਾਂ, ਔਰ ਇਹ ਜ਼ਿਆਦਤੀ ਵੀ ਆ। ਦੂਸਰੀ ਇੱਕ ਇਹ ਚੀਜ਼ ਵੀ ਮੈਂ ਦੇਖਦਾ ਕਿ ਬੜਾ ਜਿਹੜਾ ਪਬਲਿਸ਼ਰ ਹੈ ਨਾ, ਉਹ ਇੱਕ ਐਸੇ ਅਨਨੋਨ ਪਰਸਨ ਨੂੰ ਸ਼ਾਇਆ ਕਰ ਰਿਹਾ ਪੈਸੇ ਲੈ ਕੇ, ਜਿਨ੍ਹਾਂ ਦੀ ਤਹਿਰੀਰ 'ਚ ਜਾਨ ਹੀ ਕੋਈ ਨਹੀਂ। ਬਿਲਕੁਲ ਬਿਲਕੁਲ, ਇਹ ਇੱਕ ਪੁਆਇੰਟ ਹੈ। ਉਹ ਜਾਨ ਹੀ ਕੋਈ ਨਹੀਂ ਉਹਦੇ 'ਚ। ਪੜਨ ਵਾਲਾ ਬੋਰ ਹੋ ਰਿਹਾ, ਉਹ 500-700 ਰੁਪਇਆ ਕਿਤਾਬ ਖਰੀਦਣੀ ਆ ਖਰਚ ਕਰਕੇ, ਤੇ ਉਹ ਬੰਦਾ ਜਦੋਂ ਬੋਰੀਅਤ ਮਹਿਸੂਸ ਕਰਦਾ ਨਾ, ਫਿਰ ਉਹ ਕਹਿੰਦਾ ਕਿ ਯਾਰ ਕੀ ਤੁਸੀਂ ਛਾਪ ਰਹੇ ਹੋ। ਇਸੇ ਤਰ੍ਹਾਂ ਮਕਾਲੇ ਦਾ ਹਾਲ ਆ। ਇੱਕ ਅਨਨੋਨ ਬੰਦੇ ਨੇ, ਤੁਸੀਂ ਇੱਕ ਹੀ ਉਹਨੇ ਤਹਿਰੀਰ ਕੀਤੀ ਆ, ਉਹਨੂੰ ਚੁੱਕ ਕੇ ਤੁਸੀਂ ਇੱਕ ਯੂਨੀਵਰਸਿਟੀ ਛਾਪ ਰਹੀ ਆ, ਕਿਆ ਯੂਨੀਵਰਸਿਟੀ ਦਾ ਲੈਵਲ ਹੈ ਵਾ? ਕਿਆ ਮਿਆਰ ਹੈ ਵਾ ਯੂਨੀਵਰਸਿਟੀਆਂ ਦਾ? ਬਸ ਯੂਨੀਵਰਸਿਟੀ ਨੂੰ ਤਾਂ ਇਹ ਚਾਹੀਦਾ ਨਾ ਕਿ ਅਗਰ ਕੋਈ ਮਕਾਲੇ ਲਈ ਕਿਸੇ ਦਾ ਨਾਂ ਜਾਂਦਾ ਜਾਂ ਜਮ੍ਹਾਂ ਕਰਾਉਂਦਾ, ਉਹ ਯੂਨੀਵਰਸਿਟੀ ਖੁਦ ਉਸ ਦੀ ਤਹਿਕੀਕਾਤ ਕਰੇ ਕਿ ਜਿਹੜੀ ਸ਼ਖਸੀਅਤ ਤੇ ਕੰਮ ਹੋ ਰਿਹਾ, ਇਹ ਵਾਕਈ ਇਸ ਕਾਬਲ ਹੈ ਕਿ ਉੱਥੇ PhD ਲੈਵਲ ਦਾ ਜਾਂ MPhil ਲੈਵਲ ਦਾ ਮਕਾਲਾ ਲਿਖਿਆ ਜਾਂਦਾ। ਇੱਕ ਯੂਨੀਵਰਸਿਟੀ ਸਟੂਡੈਂਟ ਨੇ ਮੇਰੇ ਨਾਲ ਰਾਬਤਾ ਕੀਤਾ, ਉਹ ਮਕਾਲਾ ਲਿਖਣਾ ਚਾਹੁੰਦੇ ਸੀ ਮੇਰੇ ਨਾਵਲਾਂ ਤੇ ਮੇਰੇ ਨਾਲ ਉਸ ਯੂਨੀਵਰਸਿਟੀ ਨੇ ਰਾਬਤਾ ਕੀਤਾ ਸਟੂਡੈਂਟ ਤੋਂ ਬਾਅਦ। ਉਹਨਾਂ ਕਿਹਾ ਸਰ ਤੁਹਾਡੀ ਉਮਰ ਕਿੰਨੀ ਆ? ਮੈਂ ਕਿਹਾ ਜੀ ਉਦੋਂ 48 ਸੀ। ਮੈਂ ਕਿਹਾ ਜੀ 48। ਕਹਿੰਦੇ ਨਹੀਂ, ਅਸੀਂ 60 ਸਾਲ ਤੋਂ ਬਾਅਦ ਜਿਹੜਾ ਨਾ ਕਰਦੇ ਹਾਂ, ਤਾਂ ਕਿ ਇੱਕ ਮੈਚੋਰਿਟੀ, ਦੈਟਸ ਗੁੱਡ ਲੈਵਲ, ਉਹ ਏਜ ਮੈਚੋਰਿਟੀ ਔਰ ਉਹਨਾਂ ਦੀ ਤਹਿਰੀਰ 'ਚ ਮੈਚੋਰਿਟੀ। ਮੈਂ ਕਿਹਾ ਜੇ ਮੈਂ 58 ਸਾਲ 'ਚ ਮਰ ਗਿਆ, ਕਹਿੰਦੇ ਤੁਸੀਂ ਫਿਕਰ ਨਾ ਕਰੋ, ਅਸੀਂ 60 ਸਾਲ ਬਾਅਦ ਲਿਖਦਾ। ਉਹਨਾਂ ਦਾ ਬੜਾ ਪੰਨ ਸੀ। ਬੜਾ ਪੰਨ ਸੀ ਕਿ ਤੁਹਾਨੂੰ ਅਸੀਂ ਲਿਸਟ 'ਚ ਪਾ ਲਿਆ, ਲੇਕਿਨ 60 ਸਾਲ ਦੀ ਉਮਰ 12 ਸਾਲ ਰਹਿ ਗਏ। 12 ਸਾਲ ਤੇ ਮਸਲ ਉਮਰ ਦਾ ਤਹਿਰੀਰ ਦੀ ਮੈਚੋਰਿਟੀ ਨਾਲ ਕੋਈ ਤਲਕ ਨਹੀਂ। ਦੇਖੋ ਅਸੀਂ ਐਸੇ ਵੀ ਲੋਕ ਦੇਖਦੇ ਹਾਂ ਕਿ ਉਮਰ ਵੀ 60 ਸਾਲ ਹੋ ਗਈ ਹੈ, ਲੇਕਿਨ ਤਹਿਰੀਰ ਐਸੇ ਤਰ੍ਹਾਂ ਹੀ ਹੈ ਕਿ ਜਿਸ ਤਰ੍ਹਾਂ ਹਜੇ ਕੋਈ
ਨਵਾਂ ਮੌਸਮ। ਨਵਾਂ ਮੌਸਮ। ਅੱਛਾ, ਦੂਸਰਾ ਇੱਕ ਤੁਸੀਂ ਸਮਝਦੇ ਹੋ ਕਿ ਸੋਸ਼ਲ ਮੀਡੀਆ ਨਵੇਂ ਲਿਖਾਰੀ ਨੂੰ ਖਰਾਬ ਕਰ ਰਿਹਾ। ਉਹ ਇਸ ਤਰ੍ਹਾਂ ਕਿ ਅਗਰ ਕੋਈ ਪਹਿਲੋਂ ਲਿਖਦਾ ਸੀ ਨਾ, ਕਿਸੇ ਐਡੀਟਰ ਕੋਲ ਦੀ ਤਹਿਰੀਰ ਜਾਂਦੀ ਸੀ, ਉਸ ਤਹਿਰੀਰ ਦੀ ਚੀਜ਼ ਚੈੱਕ ਕਰਦਾ ਸੀ ਕਿ ਇਹਦੀ ਕੁਆਲਿਟੀ ਕੀ ਹੈ, ਇਹਦੀ ਮੈਚੁਰਨੈਸ ਕੀ ਹੈ, ਇਹਦੇ ਫਿਕਰਿਆਂ ਦਾ ਕਾਂਟ ਛਾਂਟ ਕੀ ਹੋ ਸਕਦੀ ਹੈ। ਠੀਕ, ਹੁਣ ਤੇ ਅਸੀਂ ਜੋ ਹੀ ਫੇਸਬੁੱਕ ਤੇ ਸੋਸ਼ਲ ਮੀਡੀਆ ਚੀਜ਼ ਪਾ ਦਿੰਦੇ, ਉਹ ਛਪ ਕੇ ਫੌਰਨ ਤੁਹਾਡੇ ਸਾਹਮਣੇ ਆ ਜਾਂਦੀ। ਉਹ ਸਰ ਛਪ ਵੀ ਜਾਂਦੀ ਆ ਔਰ ਵਾਇਰਲ ਵੀ ਹੋ ਜਾਂਦੀ। ਵਾਇਰਲ ਪਹਿਲਾਂ ਹੁੰਦੀ, ਬਲਕਿ ਜਿਹੜੀ ਜ਼ਿਆਦਾ ਗਲਤ ਲਿਖੀ ਜਾਂਦੀ ਜ਼ਿਆਦਾ ਵਾਇਰਲ ਹੁੰਦੀ ਆ। ਕਿਉਂਕਿ ਅਸੀਂ ਸ਼ੁਰੂ ਤੋਂ ਨਾ ਇੱਕ, ਲੇਕਿਨ ਇਹ ਜ਼ਿਆਦਤੀ ਨਹੀਂ ਉਸ ਬੰਦੇ ਲਈ, ਇਹ ਬਹੁਤ ਬੜੀ ਜ਼ਿਆਦਤੀ ਹੈ ਨਾ। ਇਨਸਾਨੀ ਫਿਤਰਤ ਹੈ ਕਿ ਉਹ ਬਗਾਵਤ ਵੱਲ ਦੌੜਦਾ। ਉਹ ਦੇਖਦਾ ਕਿ ਜਿਹੜੀ ਚੀਜ਼ ਗਲਤ ਆ ਇਹਦੇ ਅੰਦਰ ਕੀ ਆ। ਤੁਸੀਂ ਇੱਕ ਚੀਜ਼ ਨੂੰ ਸੁਪਰ ਹਿੱਟ ਕਰਨਾ ਨਾ, ਉਹਦੇ ਤੇ ਬੈਨ ਲਗਾ ਦਿਓ। ਕਿਤਾਬ ਆ ਮਾਰਕੀਟ 'ਚ ਤੁਸੀਂ ਸਿੱਟ ਕੇ ਚੁਕਵਾ ਦਿਓ। ਸਹੀ ਬਾਤ ਹੈ। ਉਹ ਬਗਾਵਤ ਦੇ ਜ਼ੁਮਰੇ 'ਚ ਆ ਕੇ ਕਹਿੰਦੇ ਯਾਰ ਇਹਨੂੰ ਪੜ੍ਹੋ ਕੀ ਲਿਖਿਆ, ਜਾਂ ਇਸ ਫਿਲਮ ਨੂੰ ਦੇਖੋ, ਇਸ ਡਰਾਮੇ ਨੂੰ ਦੇਖੋ, ਉਹ ਜ਼ਿਆਦਾ ਵਾਇਰਲ ਹੁੰਦੀ। ਲੇਕਿਨ ਤੁਸੀਂ ਇਹ ਵੀ ਦੇਖੋ ਨਾ ਕਿ ਹੁਣ ਇਸ ਵੇਲੇ ਜਿਹੜਾ ਲਿਖਾਰੀ ਹੈ ਨਾ, ਉਹ 'ਚ ਸਬਰ ਨਹੀਂ ਹੈ। ਮਸਲਨ ਅਸੀਂ ਖੁਦ ਆਪਣੀ ਜ਼ਾਤ ਦਾ ਅਗਰ ਹਵਾਲਾ ਦਿੰਦੇ ਹਾਂ ਨਾ, ਤੇ ਇੱਕ ਤਹਿਰੀਰ ਸਾਡੀ 6-6 ਮਹੀਨੇ ਬਾਅਦ ਵੀ ਛਪੀ ਹੈ, 9 ਮਹੀਨੇ ਬਾਅਦ ਵੀ ਛਪੀ ਹੈ। ਅੱਜ ਵੀ ਅਗਰ ਤੁਸੀਂ ਉਰਦੂ ਚ ਲਿਖਦੇ ਹੋ ਨਾ, ਉਰਦੂ ਡਾਈਜੈਸਟ ਦੇ ਵਿੱਚ, ਉਹ ਤਹਿਰੀਰ ਕਿਤੇ 6 ਮਹੀਨੇ ਬਾਅਦ ਦੀ ਵਾਰੀ ਦਿੰਦੇ ਸਰ। ਉਹ ਬੜੀ ਕਾਟਛਾਂਟ ਤੋਂ ਬਾਅਦ ਛਾਪਦੇ ਨੇ। ਤੁਸੀਂ ਪਹਿਲੇ ਇੱਕ ਸਵਾਲ ਕੀਤਾ ਸੀ ਕਿ ਮੈਂ ਪੈਸੇ ਦੇ ਕੇ ਲਿਖਵਾਉਣਾ। ਮੈਂ ਆਪਣੇ ਉਹਨਾਂ ਦੋਸਤਾਂ ਨੂੰ ਤੁਹਾਡੀ ਇਸ ਗੱਲ ਤੋਂ ਹੀ ਕਹਿਣਾ ਚਾਹੁੰਦਾ ਕਿ ਤਹਿਰੀਰਾਂ ਅਗਰ ਦੇਰ ਨਾਲ ਛਪਦੀਆਂ ਨਾ, ਤੇ ਉਹਦਾ ਮਤਲਬ ਇਹ ਹੈ ਕਿ ਉਹਨੂੰ ਪੜ੍ਹਿਆ ਜਾ ਰਿਹਾ ਹੈ। ਤੁਸੀਂ ਬੜੀ ਗੱਲ ਆ ਕਿ ਤੁਸੀਂ ਲਾਈਨ 'ਚ ਲੱਗ ਗਏ, ਤੁਸੀਂ ਪਾਈਪ ਲਾਈਨ 'ਚ ਹੋ। ਇੱਕ ਮਜ਼ਦੂਰ ਬੰਦਾ ਜਿਹੜਾ ਲੋਡਰ ਰਿਕਸ਼ਾ ਚਲਾ ਰਿਹਾ, ਸਬਜ਼ੀ ਮੰਡੀ ਕੰਮ ਕਰ ਰਿਹਾ, ਗਲੀਆਂ 'ਚ ਗੁਬਾਰੇ ਵੇਚ ਰਿਹਾ, ਉਹ ਤੇ ਘਰ ਦੀ ਰੋਜ਼ੀ ਰੋਟੀ ਨਹੀਂ ਪੂਰੀ ਕਰ ਰਿਹਾ, ਤੇ ਤੁਸੀਂ ਕਹਿ ਰਹੇ ਹੋ ਯਾਰ ਇਹ ਕੋਲੋਂ ਪੈਸੇ ਦੇ ਕੇ ਕਿਤਾਬ ਛਪਵਾ ਰਿਹਾ। ਕਿਆ ਕਿਤਾਬ ਦੇ ਨਾਲ ਇੰਨਾ ਹੀ ਇਸ਼ਕ ਆ? ਅਗਰ ਕਿਤਾਬ ਨਾਲ ਇੰਨਾ ਇਸ਼ਕ ਆ, ਤੇ ਫਿਰ ਜਿਹੜਾ ਅੱਜ ਦਾ ਲਿਖਾਰੀ ਆ, ਉਹ ਤੁਹਾਡੇ ਸਬਰ ਦੀ ਗੱਲ ਕਰ ਰਿਹਾ ਕਿ ਅੱਜ ਦਾ ਲਿਖਾਰੀ ਸਬਰ ਕਿਉਂ ਨਹੀਂ ਕਰ ਰਿਹਾ? ਉਹਦੇ ਕੋਲ ਪੈਸੇ ਹੈਗੇ ਨੇ, ਉਹ ਪੈਸੇ ਦੇ ਕੇ ਆਪਣੀ ਕਿਤਾਬ ਛਪਵਾ ਦਿੰਦਾ। ਉਹ ਆਪਣੇ ਆਪ ਨੂੰ ਰਾਈਟਰ ਸਮਝਣਾ ਸ਼ੁਰੂ ਕਰ ਦਿੰਦਾ, ਕਿਉਂਕਿ ਉਹਨੂੰ ਮੁਸੰਨਫਾਂ ਦੀ ਸਫ 'ਚ ਪਬਲਿਸ਼ਰ ਨੇ ਖੜਾ ਕਰ ਦਿੱਤਾ ਪੈਸੇ ਲੈ ਕੇ। ਉਹ ਸਾਡੇ ਇੱਕ ਦੋਸਤ ਹਨ ਕਿ ਉਹਨਾਂ ਨੇ ਮੈਨੂੰ ਬੜੇ ਫਖਰ ਦੇ ਨਾਲ ਕਿਸੇ ਅਦਾਰੇ ਨੇ ਕਿਤਾਬ ਉਹਨਾਂ ਦੀ ਛਾਪਤੀ, ਤੇ ਇੱਕ ਨਾ ਮੈਨੂੰ ਸਫਾ ਭੇਜਿਆ ਉਹਨਾਂ ਨੇ ਕਿ ਇਹ ਦੇਖੋ ਮੇਰਾ ਨਾਵਲ ਜਾਂ ਕਿਤਾਬ ਛਪ ਰਹੀ ਹੈ। ਤੇ ਮੈਂ ਉਹਨਾਂ ਨੂੰ ਨਾ ਉਹਨਾਂ ਦੀ ਇੱਕ ਸਫੇ ਦੀਆਂ ਗਲਤੀਆਂ ਲਾ ਕੇ ਭੇਜਤੀਆਂ। ਮਕਸਦ ਕਹਿੰਦਾ ਕਿ ਹੁਣ ਪਬਲਿਸ਼ਰ ਵੀ ਉਨੀ ਮਿਹਨਤ ਨਹੀਂ ਕਰ ਰਿਹਾ। ਚਲੋ ਪਬਲਿਸ਼ਰ ਨੇ ਐਡੀਟਰ ਬਿਠਾਏ ਹੋਣ, ਹਾਂਜੀ, ਦੇਖੋ ਤੁਹਾਡੀ ਕਿਤਾਬ ਕਿਤੇ ਨਾ ਕਿਤੇ ਜੱਜ ਹੋਣੀ ਚਾਹੀਦੀ ਹੈ, ਤੁਹਾਡੀ ਕਿਤਾਬ ਚੈੱਕ ਹੋਣੀ ਚਾਹੀਦੀ ਹੈ, ਉਹਦੀ ਕਾਂਟ ਛਾਂਟ ਇਹ ਉਹ ਫਿਕਰੇ ਦੀ। ਮਤਲਬ ਅਸੀਂ ਸਮਝਦੇ ਹਾਂ ਕਿ ਜਿਹੜੇ ਐਡੀਟਰ ਸਾਨੂੰ ਟੱਕਰੇ ਨੇ, ਉਹ ਤੇ ਫਿਕਰਾ ਦੇੜ ਕੇ ਰੱਖ ਦਿੰਦੇ ਸਨ ਕਿ ਇਹ ਫਿਕਰਾ ਹੈ ਕਿਸ ਤਰ੍ਹਾਂ। ਹਾਂ ਬਿਲਕੁਲ, ਕਿਤਾਬ ਦੀ ਜੱਜ ਬਿਲਕੁਲ ਹੋਣੀ ਚਾਹੀਦੀ, ਲੇਕਿਨ ਜੱਜਮੈਂਟ ਵਾਸਤੇ ਜੱਜ ਹੋਣਾ ਜ਼ਰੂਰੀ ਹੈ। ਉਹ ਬੰਦੇ ਨੂੰ ਖੁਦ ਦਾ ਇਲਮ ਹੋਣਾ ਚਾਹੀਦਾ ਕਿ ਯਾਰ ਮੈਂ ਇਸ ਫਿਕਰੇ ਨੂੰ ਦੇਖ ਰਿਹਾ, ਕਿਆ ਮੈਂ ਇਹਦੀ ਤਸੀਹ ਕਰ ਰਿਹਾ ਜਾਂ ਮਤਲਬ ਤੁਹਾਡਾ ਕਹਿਣ ਦਾ ਮਕਸਦ ਕਿ ਉਹ ਜਿਹੜਾ ਚੈੱਕ ਦੇ ਉੱਤੇ ਚੈੱਕ ਬੈਠਾ, ਉਹ ਵੀ ਸਿਰਫ ਚੈੱਕ ਹੀ ਨਾ ਹੋਵੇ। ਅੱਜ ਕੱਲ ਦੇ ਚੈੱਕ ਵੈਸੇ ਨਹੀਂ, ਮੈਂ ਕਿਹਾ ਚੈੱਕ ਹੀ ਨਾ ਹੋਵੇ ਕਿਤੇ। ਸਹੀ ਬਿਲਕੁਲ ਸਹੀ ਬਾਤ ਹੋ ਗਈ। ਤੇ ਬਾਕੀ ਅੱਲਾਹ ਤਾਲਾ ਦਾ ਸ਼ੁਕਰ ਹੈ, ਮਾਸ਼ਾਅੱਲਾ ਲੋਕ ਪਸੰਦ ਕਰ ਰਹੇ ਨੇ, ਪੜ੍ਹ ਰਹੇ ਨੇ, ਲਿਖ ਰਹੇ ਨੇ। ਬਹੁਤ ਸਾਰੇ ਕਾਰੀ ਨੇ ਜਿਹੜੇ ਮਸ਼ਵਰੇ ਮੰਗਦੇ ਨੇ। ਅੱਛਾ, ਤੁਸੀਂ ਸਮਝਦੇ ਹੋ ਕਿ ਅੱਜ ਦਾ ਲਿਖਾਰੀ ਆਪਣੇ ਲਿਖਣ ਦੇ ਨਾਲ ਆਪਣਾ ਕਿਚਨ ਚਲਾ ਸਕਦਾ, ਆਪਣੀ ਫੈਮਿਲੀ ਚਲਾ ਸਕਦਾ, ਘਰ ਦੇ ਅਖਰਾਜਾਤ ਪੂਰੇ ਕਰ ਸਕਦਾ? ਨਹੀਂ, ਬਿਲਕੁਲ ਨਹੀਂ ਕਰ ਸਕਦਾ। ਨਵੇਂ ਦੋਸਤਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਆਪਣਾ ਕੰਮ ਨਾ ਛੱਡੋ, ਮੈਂ ਇਹਨੂੰ ਪਾਰਟ ਟਾਈਮ ਕਿਸੇ ਵੇਲੇ ਆਪਣੇ ਕਥਾਰਸਿਸ ਲਈ? ਜੀ, ਮੈਂ ਇੱਕ ਛੋਟੀ ਜੀ ਮਿਸਾਲ ਦੋਸਤਾਂ ਵਾਸਤੇ ਜਿਹੜੇ ਨਵੇਂ ਲਿਖ ਰਹੇ ਨੇ ਔਰ ਸਮਝਦੇ ਨੇ ਕਿ ਕਿਚਨ ਚਲਾ ਸਕਦੇ ਨੇ। ਸਾਡੇ ਇੱਕ ਦੋਸਤ ਨੇ, ਉਹ ਆਰਟ ਕੌਂਸਲ 'ਚ ਸਾਡੇ ਨਾਲ ਆਰਟਿਸਟ ਸੀ, ਫੌਤ ਹੋ ਗਏ, ਅੱਲਾ ਗਰੀਕੇ ਰਹਿਮਤ ਕਰੇ ਉਹਨਾਂ ਨੂੰ। ਉਹ ਨਾਲ ਨਾ ਆਪਣਾ ਜਲੇਬੀਆਂ ਦਾ ਕੰਮ ਕਰਦੇ ਸੀ, ਜਲੇਬੀਆਂ ਕੱਢਦੇ, ਸ਼ਾਮ ਨੂੰ ਸਮੋਸੇ ਪਕੌੜੇ ਵੇਚਣੇ। ਤੇ ਮੈਂ ਉਹਨਾਂ ਕੋਲ ਚਲਾ ਗਿਆ ਲੈਣ ਸਮੋਸੇ। ਮੈਂ ਕਿਹਾ ਭਾਣਾ ਦੇਣਾ ਭਾਈ ਸਾਹਿਬ ਕੀ ਕਰਦੇ ਹੋ? ਮੈਂ ਕਿਹਾ ਭਾਣ ਉਹ ਆਰਟ ਕੌਂਸਲ ਦੇ। ਕਹਿੰਦੇ ਨਹੀਂ, ਕੰਮ ਕੀ ਕਰਦੇ ਹੋ ਜਿਹਦੇ ਨਾਲ ਤੁਹਾਡੇ ਘਰ ਦਾ ਸਰਕਲ ਚੱਲ ਰਿਹਾ? ਮੈਂ ਕਿਹਾ ਭਾਣ ਮੈਂ ਰਿਕਸ਼ਾ ਚਲਾਉਣਾ, ਔਰ ਮੈਨੂੰ ਉਸ ਰਿਕਸ਼ਾ ਚਲਾਉਣ ਤੇ ਫਖਰ।
ਮੈਂ ਆਪਣੇ ਜਿਹੜੇ ਮੇਰੇ ਨਏ ਲਿਖਾਰੀ ਨੇ, ਮੇਰੇ ਦੋਸਤ, ਮੇਰੇ ਜੂਨੀਅਰ, ਮੇਰੇ ਮੁਹਤਰਮ, ਮੇਰੇ ਲਈ ਕਾਬਿਲ ਇਹਤਰਾਮ ਨੇ ਸਾਰੇ, ਕਿਉਂਕਿ ਜਿਹੜਾ ਬੰਦਾ ਲਿਖਦਾ ਹੈ ਨਾ ਤੇ ਜਿਹੜਾ ਬੰਦਾ ਕਿਤਾਬ ਪੜ੍ਹਦਾ, ਮੈਂ ਉਹਨੂੰ ਬੜਾ ਆਪਣੇ ਵਾਸਤੇ ਕਾਬਿਲ ਇਹਤਰਾਮ ਸਮਝਦਾ। ਕਿਤਾਬ ਦੋਸਤੀ ਨੂੰ ਮੈਂ ਬੜਾ ਕਾਬਿਲ ਇਹਤਰਾਮ ਸਮਝਦਾ। ਉਹਨਾਂ ਦੋਸਤਾਂ ਵਾਸਤੇ ਸਿਰਫ ਇੱਕ ਮਸ਼ਵਰਾ ਹੈ ਕਿ ਆਪਣੀ ਤਹਿਰੀਰ ਦੇ ਖੁਦ ਨਕਾਦ ਬਣੋ। ਆਪਣੀ ਤਹਿਰੀਰ ਨੂੰ ਬਹੁਤ ਅੱਛੀ ਤਰ੍ਹਾਂ ਇਸ ਤਰ੍ਹਾਂ ਪੜ੍ਹੋ ਜਿਸ ਤਰ੍ਹਾਂ ਤੁਸੀਂ ਕਿਸੇ ਬੜੇ ਦੀ ਤਹਿਰੀਰ ਪੜ੍ਹ ਰਹੇ ਹੋ। ਆਪਣੇ ਫਿਕਰਿਆਂ ਦੀ ਸਲਾਹ ਕਰੋ, ਆਪਣੇ ਲਫ਼ਜ਼ਾਂ ਦੀ ਤਸੀਹ ਕਰੋ, ਤੇ ਘਰ ਦਾ ਕਿਚਨ ਚਲਾਉਣ ਜਿਹੜਾ ਜਾਂ ਉਹ ਇਹ ਨਾ ਸੋਚੋ ਇਹਨਾਂ 'ਚੋਂ ਕਿਚਨ ਨਹੀਂ ਚੱਲ ਸਕਦਾ ਘਰ ਦਾ। ਹਾਂ, ਕਿਤਾਬਾਂ ਵੇਚਣ ਤੋਂ ਕਿਚਨ ਚੱਲ ਸਕਦਾ, ਕਿਤਾਬਾਂ ਲਿਖਣ ਵਾਲੇ ਬੰਦੇ ਦਾ ਕਿਚਨ ਨਹੀਂ ਚੱਲ ਸਕਦਾ ਕਿਤਾਬਾਂ ਲਿਖ ਕੇ। ਮਤਲਬ ਮੈਂ ਮਹਿਸੂਸ ਕਰਦਾ ਜਾਂ ਤੁਹਾਨੂੰ ਦੇਖ ਕੇ ਵੀ ਕਿ ਤੁਸੀਂ ਕਾਫੀ ਅਰਸਾ ਪੜ੍ਹਿਆ, ਹਾਂਜੀ, ਫਿਰ ਉਹ ਕਲਮ ਕਾਗਜ਼ ਤੇ ਲਿਖਿਆ, ਮਜ਼ਦੂਰੀ ਸਰ ਕੀਤੀ ਨਾਲ ਰਿਕਸ਼ੇ ਚਲਾਏ, ਫਿਰ ਉਹ ਜਿਹੜਾ ਤੁਸੀਂ ਲਿਖਿਆ ਉਹ ਬੜਾ ਅਰਸਾ ਤੁਸੀਂ ਉਹਨੂੰ ਬਾਰ-ਬਾਰ ਫਿਰ ਪੜ੍ਹਿਆ ਹੋਣਾ ਕਿ ਯਾਰ ਕੋਈ ਚੀਜ਼ ਹੈ ਤੇ ਨਹੀਂ, ਕੋਈ ਰਹਿਤ ਨਹੀਂ। ਇਹ ਫਿਰ ਤੁਸੀਂ ਪਹਿਲਾ ਨਾਵਲ ਜਿਹੜਾ ਲਿਖਿਆ ਹੋਏਗਾ ਉਹਨੂੰ ਪਤਾ ਨਹੀਂ ਕਿੰਨਾ ਅਰਸਾ ਤੁਸੀਂ ਬਾਰ-ਬਾਰ ਦੇਖਦੇ ਹੋਵੋਗੇ। ਇਸੇ ਤਰ੍ਹਾਂ ਹੀ ਹੁੰਦਾ ਨਾ ਕਿ ਕੋਈ ਚੀਜ਼ ਬੰਦੇ ਕੋਲ ਕੋਈ ਨਵੀਂ ਆਉਂਦੀ ਆ, ਦੇਖ ਤਜੱਸਸ ਹੁੰਦਾ ਕਿ ਯਾਰ ਮੇਰੇ ਤੇ ਉਤਰਿਆ ਕੀ ਹੈ। ਇਹ ਨਵੇਂ ਬੰਦਿਆਂ ਨੂੰ ਕਿੰਨਾ ਕੁ ਚਿਰ ਕਿਤਾਬ ਛਪਾਉਣ ਵਾਲੇ ਪਾਸੇ ਨਹੀਂ ਜਾਣਾ ਚਾਹੀਦਾ? ਨਵੇਂ ਬੰਦੇ ਨੂੰ ਉਨੀ ਦੇਰ ਤੱਕ ਕਿਤਾਬ ਨਹੀਂ ਛਪਾਉਣੀ ਚਾਹੀਦੀ ਜਿੰਨੀ ਦੇਰ ਤੱਕ ਉਹ ਕਿਤਾਬ ਨੂੰ ਪੜ੍ਹ ਨਹੀਂ ਲੈਂਦਾ, ਕਿਤਾਬ ਦੀ ਅਹਿਮੀਅਤ ਨੂੰ ਸਮਝ ਨਹੀਂ ਲੈਂਦਾ। ਕਿਤਾਬ ਸਾਡਾ ਵਿਰਸਾ ਹੈ, ਸਾਡੀ ਵਿਰਾਸਤ ਆ। ਕਿਤਾਬ ਸਾਨੂੰ ਅੰਬੀਆ ਕਰਾਮ ਤੋਂ ਮਿਲੀ ਹੈ। ਅਸੀਂ ਉਸ ਕਿਤਾਬ ਦੀ ਅਹਿਮੀਅਤ ਨੂੰ ਜਿੰਨੀ ਦੇਰ ਸਮਝ ਨਹੀਂ ਨਾ ਸਕਦੇ। ਮੈਂ ਅਕਸਰ ਗੱਲ ਕਰਦਾ ਹੁੰਦਾ ਕਿ ਕਹਾਣੀ ਲਿਖਣ ਵਾਸਤੇ ਕਹਾਣੀ ਪੜ੍ਹਨਾ ਬਹੁਤ ਜ਼ਰੂਰੀ ਹੈ। ਪੜ੍ਹਨ ਤੋਂ ਮੁਰਾਦ ਇਹ ਨਹੀਂ ਕਿ ਤੁਸੀਂ ਸਰਸਰੀ ਉਹਨੂੰ ਦੇਖ ਲਿਆ, ਉਹਨੂੰ ਪੜ੍ਹੋ, ਉਹਦੇ ਲਫ਼ਜ਼ਾਂ ਤੇ ਗੌਰ ਕਰੋ, ਮੁਸੰਨਫ ਤੇ ਦੇਖੋ ਉਹਨੇ ਇੱਕ ਇੱਕ ਫਿਕਰੇ 'ਚ ਕੀ ਲਿਖਿਆ, ਫਿਕਰੇ 'ਚ ਕੀ ਲਿਖਿਆ। ਫਿਰ ਉਹਨੇ ਅਗਰ ਜਿਹੜੇ ਕਿਰਦਾਰ ਪੇਸ਼ ਕੀਤੇ ਉਹਨਾਂ ਕਿਰਦਾਰ ਦੀ ਨਫਸੀਆਤ, ਖਸੂਸੀਆਤ ਉਹ ਕੀ ਜੇ। ਜਿੱਦਾਂ ਅਸੀਂ ਵਾਰਿਸ ਦਾ ਇੱਕ ਹਵਾਲਾ ਦਿੰਨੇ ਆ, ਅਗਰ ਉਹ ਵਾਰਿਸ ਹਿੱਟ ਹੋਇਆ, ਚਲੋ ਦੂਸਰੀ ਤਰਫ ਤੇ ਆ ਵਾ ਕਿ ਚਲੋ ਉਸ ਦੌਰ ਜਿਸ PTVC ਦੇਖਣ ਵਾਲਾ, ਲੇਕਿਨ ਫਿਰ ਵੀ ਇੱਕ ਕਹਾਣੀ ਤੇ ਹੈ ਨਾ। ਉਹ ਕਹਾਣੀ ਤੋਂ ਇਲਾਵਾ ਤੁਸੀਂ ਇਹ ਦੇਖੋ ਜਿਸ ਕਿਰਦਾਰ ਨੂੰ ਜਿਸ ਤਰ੍ਹਾਂ ਲਿਖਿਆ ਉਹਦਾ ਲਹਿਜਾ ਵੀ ਬਿਲਕੁਲ ਉਹਦਾ ਲਹਿਜਾ ਵੀ ਉਹ ਸੀਗਾ, ਸਭ ਤੋਂ ਵੱਡੀ ਗੱਲ ਹੈ। ਹਾਂਜੀ, ਲਹਿਜਾ ਵੀ ਉਹ ਸੀਗਾ। ਅਗਰ ਉਹ ਕਿਸੇ ਬਰਾਦਰੀ ਨੂੰ ਉਹਦੇ ਵਿੱਚ ਦਿਖਾਇਆ ਗਿਆ ਤੇ ਉਹ ਬਰਾਦਰੀ ਦਾ ਲਹਿਜਾ ਵੀ ਉਹ ਸੀਗਾ। ਬਿਲਕੁਲ। ਮੈਂ ਜੇ ਗੱਲ ਕਰ ਰਿਹਾ ਸੀਗਾ ਕਿ ਮੈਂ ਨਾਵਲ ਜਿਹੜਾ ਆਪਣਾ ਲਿਖ ਰਿਹਾ ਨਾ, ਬਲਕਿ ਮੈਂ ਪਹਿਲੇ ਵੀ ਜਿਹੜੇ ਨਾਵਲ ਲਿਖੇ ਨੇ, ਮੈਂ ਰਾਤੀ ਉਸ ਨਾਵਲ ਦਾ ਇੱਕ ਸੀਨ ਲਿਖ ਰਿਹਾ ਤੇ ਮੇਰੇ ਆਪਣੇ ਆਂਸੂ ਜਾਰੀ ਹੋ ਗਏ ਲਿਖਦੇ ਆਇਆ। ਇਹ ਕੈਫੀਅਤ ਮੇਰੇ ਤੇ ਕਈ ਦਫਾ ਗੁਜ਼ਰੀ ਤੇ ਆਂਸੂ ਜਾਰੀ ਹੋ ਗਏ। ਮੈਂ ਉਹ ਛੋੜ ਕੇ ਨਾ ਉਹਨੂੰ, ਕਿਉਂਕਿ ਖੁਦ ਹੀ ਕੰਪੋਜ਼ ਕਰ ਰਹੇ, ਉਹਨੂੰ ਮੈਂ ਛੋੜ ਕੇ ਨਾ ਕੁਛ ਦੇਰ ਆਪਣੇ ਆਪ ਨੂੰ ਰਿਲੈਕਸ ਕੀਤਾ। ਮੈਂ ਉਸ ਸੀਨ 'ਚ ਚਲਾ ਗਿਆ, ਉਸ ਮੰਜ਼ਰ ਦਾ ਮੈਂ ਹਿੱਸਾ ਬਣ ਗਿਆ। ਫਿਰ ਮੈਂ ਸੋਚਿਆ ਕਿ ਮੇਰਾ ਕਾਰੀ ਕਿਆ ਇਸ ਐਂਗਲ ਦੇ ਨਾਲ ਹੀ ਇਸ ਸੀਨ ਨੂੰ ਪੜ੍ਹੇਗਾ, ਇਸ ਐਂਗਲ ਨਾਲ ਮੈਂ ਲਿਖ ਰਿਹਾ। ਬਿਲਕੁਲ ਸਹੀ ਬਾਤ। ਜਿਹੜੀ ਕੈਫੀਅਤ ਮੇਰੇ ਤੇ ਗੁਜ਼ਰੀ ਆ ਉਹਦੇ ਤੇ ਗੁਜ਼ਰੇਗੀ। ਯਾਰ ਹੋ ਸਕਦਾ ਉਹ ਇਸ ਫਿਕਰ ਨੂੰ ਐਸੇ ਇਗਨੋਰ ਕਰਕੇ ਗੁਜ਼ਰ ਜਾਏ। ਅੱਛਾ, ਕੀ ਪਲਾਨ ਕਰਦੇ ਹੋ ਕਿ ਇੱਕ ਸਾਲ 'ਚ ਕਿੰਨੇ ਨਾਵਲ ਤੁਸੀਂ ਲਿਖ ਲੈਂਦੇ ਹੋ ਜਾਂ ਲਿਖ ਸਕਦੇ ਹੋ? ਜਾਂ ਬਸ ਇੰਨਾ ਹੀ ਲਿਖਣਾ ਚਾਹੁੰਦੇ ਹੋ ਕਿ ਬਸ ਇੱਕ ਅੱਧਾ ਨਾਵਲ ਹੋਣਾ ਚਾਹੀਦਾ? ਜੀ 2004 'ਚ ਪਹਿਲਾ ਨਾਵਲ ਆਇਆ ਸੀ, ਅੱਜ 2023 ਆ, ਯਾਨੀ ਕਿ 18-19 ਸਾਲ ਦਾ ਅਰਸਾ। ਇਹਦੇ 'ਚ ਮੇਰੇ 16 ਨਾਵਲ ਆਏ। 16 ਨਾਵਲ ਤੇ ਸਵਾ ਸਾਲ ਇੱਕ ਨਾਵਲ ਨੂੰ ਮਿਲਿਆ। ਜੀ ਹਾਂ, ਅਗਰ ਮੈਂ ਲਿਖਣ ਦੀ ਇਕੱਲੀ ਮਸ਼ੀਨ ਬਣ ਜਾਵਾਂ, ਮੇਰਾ, ਮੈਂ ਸਮਝਦਾ ਬਤੌਰ ਕਾਰੀ ਮੇਰਾ ਉਹ ਮਿਆਰ ਵੀ ਨਹੀਂ ਰਹੇਗਾ, ਔਰ ਬਤੌਰ ਰਾਈਟਰ ਜਿਹੜੇ ਲੋਕ ਮੈਨੂੰ ਪੜ੍ਹ ਰਹੇ ਨੇ ਉਹ ਪਸੰਦ ਨਹੀਂ ਕਰਨਗੇ। ਯਾਨੀ ਕਿ ਮਿਆਰ ਦੀ ਬਜਾਏ, ਮਕਦਾਰ ਦੀ ਬਜਾਏ ਮਿਆਰ ਹੋਣਾ ਚਾਹੀਦਾ। ਮੈਂ ਖਾਲਸਾ ਸਾਹਿਬ ਉਨੀ ਦੇਰ ਤੱਕ ਅਗਲਾ ਨਾਵਲ ਨਹੀਂ ਸ਼ੁਰੂ ਕਰਦਾ ਜਿੰਨੀ ਦੇਰ ਤੱਕ ਮੇਰੇ ਪਹਿਲੇ ਨਾਵਲ ਤੇ ਲੋਕ ਤਨਕੀਦ ਨਾ ਕਰ ਲੈਣ ਔਰ ਮੈਂ ਉਹਦੇ ਚੋਂ ਸਿੱਖ ਕੇ ਫਿਰ ਅਗਲਾ ਨਾਵਲ। ਅੱਛਾ, ਇੱਕ ਤਨਕੀਦ ਤੁਹਾਡੇ ਤੇ ਇਹ ਵੀ ਕੀਤੀ ਜਾਂਦੀ ਹੈ ਕਿ ਤੁਸੀਂ ਪੈਸੇ ਦੇ ਕੇ ਤੇ ਨਾਵਲ ਸ਼ਾਇਆ ਕਰਾਉਂਦੇ ਹੋ, ਇਹਦੇ 'ਚ ਕਿੰਨੀ ਕੁ ਸੱਚਾਈ ਹੈ? ਇਹ ਮੇਰਾ ਅੱਲਾ ਜਾਣਦਾ, ਔਰ ਰਿਜ਼ਕ ਮੇਰੇ ਅੱਗੇ ਪਿਆ। ਅਲਹਮਦੁਲਿਲਾ ਅੱਜ ਤੱਕ ਮੈਂ ਪੈਸੇ ਲਏ ਆ। ਅੱਛਾ, ਪੈਸੇ ਦਿੱਤੇ ਨੇ, ਕਿਉਂਕਿ ਮਸਲ 'ਚ ਬੁਰਾਈ ਵੀ ਕੋਈ ਨਹੀਂ। ਮੈਂ ਸਮਝਦਾ ਵਾਂ ਕਿ ਅਗਰ ਇੱਕ ਨਵਾਂ ਰਾਈਟਰ ਆ, ਅਗਰ ਉਹ ਪੈਸੇ ਲਾ ਕੇ ਆਪਣੀ ਬੁੱਕ ਛਪਾਉਂਦਾ ਵਾ, ਬੁੱਕ ਵੇਚ ਲੈਂਦਾ, ਫਿਰ ਚਾਹਦੀ ਕੋਈ ਬੁਰਾਈ ਵੀ ਕੋਈ ਨਹੀਂ। ਕਰਦੇ ਨੇ ਲੋਕ, ਮੇਰੇ ਨਾਲ ਰਾਬਤਾ ਕਰਦੇ ਨੇ ਨਵੇਂ ਰਾਈਟਰ ਕਿ ਸਰ ਅਸੀਂ ਕਿਤਾਬ ਛਪਾਉਣੀ ਆ, ਕਿੰਨੇ ਪੈਸੇ ਲੱਗਣਗੇ। ਮੈਂ ਉਹਨਾਂ ਨੂੰ ਡਾਇਰੈਕਟ ਪਬਲਿਸ਼ਰ ਦਾ ਪਤਾ ਦੇ ਦਿੰਦਾ। ਜਿਹੜੇ ਦੋਸਤ ਮੇਰੀ ਇਹ ਬਾਤ ਸੁਣ ਰਹੇ ਨੇ ਉਹ ਇਸ ਗੱਲ ਨਾਲ ਇਤਫਾਕ ਕਰਨਗੇ ਕਿ ਮੈਂ ਕਦੀ ਵੀ ਉਹਨਾਂ ਨੂੰ ਇਹ ਨਹੀਂ ਕਿਹਾ ਮੈਨੂੰ ਇੰਨੇ ਪੈਸੇ ਭੇਜੋ ਮੈਂ ਕਿਤਾਬ ਛਪਵਾ ਦਿੰਦਾ। ਮੈਂ ਕਹਿੰਦਾ ਇਹ ਪਬਲਿਸ਼ਰ ਲਾਹੌਰ ਬੈਠੇ ਨੇ, ਫਲਾਂ ਜਗ੍ਹਾ ਬੈਠੇ ਨੇ, ਇਹ ਉਹਨਾਂ ਦਾ ਨੰਬਰ, ਤੁਸੀਂ ਉਹਨਾਂ ਨਾਲ ਖੁਦ ਕੰਟੈਕਟ ਕਰ ਲਓ। ਬਾਕੀ ਮੇਰੇ ਤੇ ਜਿਹੜੀ ਗੱਲ ਕਰਦੇ ਨਾ ਤੁਸੀਂ ਕਿ ਮੈਂ ਪੈਸੇ ਦੇ ਕੇ ਕਿਤਾਬ ਛਪਾਈ,
ਅਗਰ ਮੈਂ ਪੈਸੇ ਦੇ ਕੇ ਕਿਤਾਬ ਛਪਾਉਂਦਾ ਤਾਂ ਫਿਰ ਮੇਰੀ ਉਹ ਗੱਲ ਤੇ ਨਫੀ ਹੋ ਗਈ ਨਾ ਕਿ ਮੈਂ ਮੇਰੇ ਪੈਰਾਂ 'ਚ ਛਾਲੇ ਪੈ ਗਏ ਤੇ ਮੈਂ ਖੂਨ ਥੁੱਕਿਆ ਇਸ ਵਾਸਤੇ, ਇਹਨੂੰ ਲਿਖਣ ਵਾਸਤੇ। ਤੇ ਇਹ ਮੇਰਾ ਕੋਈ ਵੀ ਪਬਲਿਸ਼ਰ ਜਾਂ ਮੇਰਾ ਕੋਈ ਵੀ ਕਾਰੀ ਅਗਰ ਇਸ ਗੱਲ ਨੂੰ ਕਹਿੰਦਾ ਕਿ ਭਾਈ ਸਾਹਿਬ ਪੈਸੇ ਦੇ ਕੇ ਛਪਾਉਂਦੇ ਨੇ। ਅੱਛਾ, ਤੁਹਾਡਾ ਨਾਵਲ ਕੋਈ ਸਰਹੱਦ ਤੋਂ ਪਾਰ ਗਿਆ? ਸਰਹੱਦ ਤੋਂ ਪਾਰ ਹਮਸਾਇਆ ਸਿਰਫ ਮੁਲਕ ਨਹੀਂ, ਆਪਣਾ ਕੋਈ ਅਮਰੀਕਾ, ਕੋਈ ਬਰਤਾਨੀਆ, ਕੋਈ ਕੈਨੇਡਾ, ਕਿਤੇ? ਜੀ ਸਰ, ਬਿਲਕੁਲ। ਮੇਰੇ ਨਾਵਲ ਜਿਹੜੇ ਨੇ ਪਿਛਲੇ ਦਿਨੋਂ 'ਚ ਇੱਕ ਦੋਸਤ ਨੇ ਉੱਥੋਂ ਇੰਗਲੈਂਡ ਦੀ ਲਾਇਬ੍ਰੇਰੀ, ਕਿਉਂਕਿ ਸਾਡੇ ਇੱਕ ਦੋਸਤ ਨੇ ਮਜ਼ਾਹ ਨਗਾਰ ਨੇ, ਗੋ ਕਿ ਉਹਨਾਂ ਨੇ ਖੁਦ ਵੀ ਆਪਣੀਆਂ ਕਿਤਾਬਾਂ ਖੁਦ ਹੀ ਛਪਵਾਈਆਂ ਕਾਫੀ ਦਫਾ, ਤੇ ਉਹ ਮੈਨੂੰ ਦੱਸਦੇ ਸੀ ਕਿ ਉਹਨਾਂ ਦੇ ਨਾਵਲ ਵੀ ਉੱਥੇ ਪਏ ਨੇ। ਮੈਂ ਕਿਹਾ ਫਿਰ ਤੇ ਬੜੀ ਹੈ ਵੀ ਖੁਦ ਛਪਵਾ ਕੇ ਵੀ ਜੀ ਮੈਂ ਉੱਥੇ ਤੱਕ ਪਹੁੰਚ ਗਏ। ਕੁਝ ਪੋਸਟਾਂ ਵੀ ਲਗਾਈਆਂ ਸੀ ਪਿਛਲੇ ਦਿਨਾਂ 'ਚ ਆਪਣੇ ਫੇਸਬੁੱਕ ਤੇ, ਉਹ ਮੇਰੇ ਦੋਸਤ ਨੇ ਉੱਥੋਂ ਭੇਜੀਆਂ ਜਿਨ੍ਹਾਂ ਨੇ ਮੇਰੀਆਂ ਕਿਤਾਬਾਂ ਪੜ੍ਹੀਆਂ ਸੀ। ਇੰਗਲੈਂਡ ਦੀ ਲਾਇਬ੍ਰੇਰੀ 'ਚ ਪਈਆਂ ਹੋਈਆਂ ਕਿਤਾਬਾਂ, ਉੱਥੇ ਬੁੱਕ ਸ਼ਾਪ ਤੇ ਪਈਆਂ ਹੋਈਆਂ ਨੇ। ਔਰ ਦੂਸਰਾ ਹੈ ਕਿ ਜਿਹੜੇ ਮੇਰੇ ਪਬਲਿਸ਼ਰ ਨੇ ਉਹਨਾਂ ਦਾ ਇੱਕ ਬਕਾਇਦਾ ਤੇ ਉੱਥੇ ਡਿਸਟ੍ਰੀਬਿਊਟਰ ਨੇ ਯੂਕੇ ਦੇ ਵਿੱਚ, ਇਜ਼ਹਾਰ ਬਰਾਦਰ ਵਾਲੇ, ਉਹ ਮੇਰੀਆਂ ਕਿਤਾਬਾਂ ਇੱਥੋਂ ਪਰਚੇਜ਼ ਕਰਦੇ ਨੇ, ਉੱਥੇ ਸੇਲ ਕਰਦੇ ਨੇ। ਔਰ ਇੱਕ ਤੁਸੀਂ ਹਮਸਾਇਆ ਮੁਲਕ ਦੀ ਗੱਲ ਕਰਦੇ ਹੋ, ਮੇਰਾ ਨਾਵਲ ਗੀਲੇ ਪੱਥਰ, ਉਹ ਸਾਡੇ ਹਮਸਾਇਆ ਮੁਲਕ ਨੇ ਉਹਨੂੰ ਆਪਣੇ ਉੱਥੋਂ ਦੇ ਪਬਲਿਸ਼ਰ ਨੇ ਛਾਪ ਕੇ ਉੱਥੇ ਆਪਣੇ ਮੁਲਕ 'ਚ ਵੇਚਿਆ। ਇਹ ਉਹਨਾਂ ਦੀ ਮਿਹਰਬਾਨੀ ਕਿ ਨਾਮ ਮੇਰੇ ਰਹਿਣ ਦਿੱਤਾ ਉਹਨੇ। ਤੁਹਾਡੇ ਤੱਕ ਇਤਲਾਹ ਹੀ ਆਈ ਜਾਂ ਕੋਈ ਪੈਸਾ ਵੀ? ਉਹ ਮੇਰੇ ਪੈਸਾ ਤੇ ਪਾਕਿਸਤਾਨ 'ਚ ਨਹੀਂ ਹੁੰਦਾ, ਬਾਹਰੋਂ ਕਿੱਥੋਂ ਆਉਣਾ। ਅੱਛਾ, ਅਦਬੀ ਗਰੋਹਬੰਦੀਆਂ ਚੱਲਦੀਆਂ ਨੇ, ਉਹ ਫੈਸਲਾਬਾਦ 'ਚ ਵੀ ਕੋਈ ਐਸਾ ਹੈ, ਕੋਈ ਅਦਬੀ ਗਰੋਹਬੰਦੀ? ਜੀ ਹਾਂ, ਕੁਝ ਲੋਕ ਉਹਨਾਂ ਨੂੰ ਅੱਛਾ ਸਮਝਦੇ, ਕੁਝ ਉਹਨਾਂ ਨੂੰ ਅੱਛਾ। ਹਰ ਸਾਲ ਇੱਕ FLF ਦੇ ਨਾਮ ਤੋਂ, ਫੈਸਲਾਬਾਦ ਲਿਟਰੇਰੀ ਫੈਸਟੀਵਲ ਦੇ ਨਾਮ ਤੋਂ, ਲਿਟਰੇਰੀ ਫੈਸਟੀਵਲ ਜੀ, ਇੱਕ ਇਸਤਿਹਸਾਲ ਕੀਤਾ ਜਾਂਦਾ ਫੈਸਲਾਬਾਦ ਦੇ ਅਦੀਬਾਂ ਦਾ। ਪੂਰੇ ਪਾਕਿਸਤਾਨ 'ਚੋਂ ਅਦੀਬਾਂ ਨੂੰ, ਸ਼ਾਇਰਾਂ ਨੂੰ, ਦਾਨਸ਼ਵਰਾਂ ਨੂੰ ਮਦਊ ਕੀਤਾ ਜਾਂਦਾ। ਔਰ ਉਹਦੇ ਵਿੱਚ ਪਿਛਲੇ ਸਾਲ ਤੱਕ ਜਾਂ ਉਸ ਤੋਂ ਪਿਛਲੇ ਸਾਲ ਤੱਕ ਫੈਸਲਾਬਾਦ ਦਾ ਕੋਈ ਵੀ ਅਦੀਬ, ਸ਼ਾਇਰ, ਦਾਨਸ਼ਵਰ ਸ਼ਾਮਲ ਨਹੀਂ ਸੀ ਹੁੰਦਾ। ਉਹ ਫੈਸਟੀਵਲ ਕਰਵਾਉਣ ਵਾਲੇ ਜਿਹੜੇ ਲੋਕ ਨੇ ਸ਼ਾਇਦ ਫੈਸਲਾਬਾਦ ਨੂੰ, ਇਸ ਮਿੱਟੀ ਨੂੰ ਜ਼ਰਖੇਜ਼ ਨਹੀਂ ਸਮਝਦੇ, ਜਾਂ ਉਹ ਜਾਣ ਬੁੱਝ ਕੇ ਨਜ਼ਰਅੰਦਾਜ਼ ਕਰਦੇ ਨੇ। ਮੈਂ ਆਪਣੇ ਆਪ ਨੂੰ ਅਦੀਬ ਨਹੀਂ ਗਿਣਦਾ, ਲੇਕਿਨ ਜਿਨ੍ਹਾਂ ਨੂੰ ਮੈਂ ਅਦੀਬ ਸਮਝਦਾ, ਕਮ ਸੇ ਕਮ ਉਹਨਾਂ ਨੂੰ ਤਾਂ ਬੁਲਾਓ, ਅਸੀਂ ਉਹਨਾਂ ਨੂੰ ਸੁਣਨ ਜਾਈਏ, ਅਸੀਂ ਉਹਨਾਂ ਕੋਲੋਂ ਸਿੱਖੀਏ ਕੁਝ। ਤੇ ਸਾਡੇ ਕੋਲ ਉਹੀ ਲੋਕ ਆ ਜਾਂਦੇ ਨੇ ਜਿਨ੍ਹਾਂ ਨੂੰ ਅਸੀਂ ਟੀਵੀ ਤੇ ਦੇਖਦੇ ਹਾਂ, ਉਹੀ ਅਲਫਾਜ਼ ਇੱਥੇ ਅਦਾ ਕਰਕੇ ਚਲੇ ਜਾਂਦੇ ਨੇ। ਤੇ ਜੋ ਸਪਾਂਸਰਸ਼ਿਪ ਆ ਉਹ ਉਹਨਾਂ ਦੀ ਜੇਬ ਭਰਦੀ ਆ, ਫੈਸਲਾਬਾਦ ਦਾ ਅਦੀਬ ਮੋਲ ਦੇਖਦਾ। ਮਤਲਬ ਤੁਹਾਡੇ ਕਹਿਣ ਦਾ ਮਕਸਦ ਆ ਵਾ ਕਿ ਅਗਰ ਕੋਈ ਫੈਸਲਾਬਾਦ ਦੇ ਹਵਾਲੇ ਨਾਲ ਕੋਈ ਕੰਮ ਹੋ ਰਿਹਾ ਤੇ ਫੈਸਲਾਬਾਦ ਦੇ ਬੰਦਿਆਂ ਨੂੰ ਨੁਮਾਇੰਦਗੀ ਮਿਲਣੀ ਚਾਹੀਦੀ। ਸਰ, ਮੈਂ ਸਿਰਫ ਫੈਸਲਾਬਾਦ ਦੀ ਗੱਲ ਨਹੀਂ ਕਰਦਾ, ਪੂਰੇ ਪਾਕਿਸਤਾਨ 'ਚ ਜਿੱਥੇ ਨਹੀਂ ਮਸਲਨ ਜਿਹੜੇ ਇਲਾਕੇ ਦਾ ਵੀ, ਲਾਹੌਰ ਦੇ ਅਦਬ ਦੀ ਗੱਲ ਹੁੰਦੀ ਹੈ, ਫੈਸਲਾਬਾਦ ਦੇ, ਕਰਾਚੀ ਦੇ, ਕਮ ਸੇ ਕਮ ਉੱਥੇ ਦੀ ਜਿਹੜੀ ਕੋਈ ਮਕਾਮੀ ਲੋਕ ਨੇ, ਮਕਾਮੀ ਤਨਜ਼ੀਮਾਂ ਨੇ, ਲੋਕ ਨੇ, ਉਹਨਾਂ ਦੀ ਉੱਥੇ ਤੱਕ ਆਉਣੀ ਚਾਹੀਦੀ, ਪਹੁੰਚ ਹੋਣੀ ਚਾਹੀਦੀ। ਖਾਲਸਾ ਸਾਹਿਬ, ਅਦਬ ਤੇ ਅਦੀਬ ਦਾ ਇਸਤਿਹਸਾਲ ਜਿਹੜਾ ਨਾ ਸ਼ੁਰੂ ਤੋਂ ਹੋ ਰਿਹਾ, ਸਾਡੇ ਪੈਦਾ ਹੋਣ ਤੋਂ ਪਹਿਲੇ ਹੀ, ਲਿਖਣ ਤੋਂ ਪਹਿਲੇ ਹੀ ਹੋ ਰਿਹਾ। ਉਹਦੀ ਸਭ ਤੋਂ ਬੜੀ ਵਜ੍ਹਾ ਇਹ ਹੈ ਕਿ ਕਿਸੇ ਵੀ ਗੌਰਮੈਂਟ ਨੇ ਇਸ ਤਰਫ ਆਪਣੀ ਭਰਪੂਰ ਤਵੱਜਾ ਨਹੀਂ ਦਿੱਤੀ। ਭਰਪੂਰ ਤਵੱਜਾ ਤੋਂ ਮੁਰਾਦ ਹੈ ਕਿ ਇੱਕ ਅਦੀਬ ਸਾਈਕਲ ਤੇ ਜਾ ਰਿਹਾ ਜਾਂ ਇੱਕ ਮੋਟਰਸਾਈਕਲ ਤੇ ਜਾ ਰਿਹਾ ਤੇ ਉਹਨੂੰ ਕਿਸੇ ਨੂੰ ਪਤਾ ਹੀ ਨਹੀਂ ਹੈ ਅਦੀਬ ਆ, ਉਹਦਾ ਕੋਈ ਕਾਰਡ ਹੋਵੇ, ਉਹਦੀ ਕੋਈ ਨੰਬਰ ਪਲੇਟ ਹੋਵੇ, ਉਹਦੇ ਕੋਲ ਕੋਈ ਐਸਾ ਡੈਜ਼ਿਗਨੇਸ਼ਨ ਹੋਵੇ, ਤੁਸੀਂ ਭਲੇ ਸੈਲਰੀ ਨਾ ਦਿਓ, ਮਤਲਬ ਤੁਸੀਂ ਚਾਹੁੰਦੇ ਹੋ ਕਿ ਕੌਮੀ ਲੈਵਲ ਤੇ, ਗਵਰਨਮੈਂਟ ਲੈਵਲ ਤੇ ਉਹਨਾਂ ਦੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਆ। ਔਰ ਅਦੀਬ ਦਾ ਕੰਮ ਫਸਟ ਪ੍ਰਾਇੋਰਟੀ ਚ ਹੋਣਾ ਚਾਹੀਦਾ ਹੈ। ਵਫਾਕੀ ਸਤਹ ਦੇ ਉੱਤੇ ਕੋਈ ਐਸਾ ਸਿਲਸਿਲਾ ਥੀਏਟਰ ਵਗੈਰਾ ਦੇ ਹਵਾਲੇ ਨਾਲ ਮੈਂ ਪੜ੍ਹਿਆ ਸੀ ਕਿਤੇ ਕਿ ਉਹਨਾਂ ਦੀ ਕੋਈ ਰਜਿਸਟ੍ਰੇਸ਼ਨ ਵਗੈਰਾ ਉਹਨਾਂ ਦੀ ਫਲਾਹ ਵਾਲੀ ਕੋਈ ਗਵਰਨਮੈਂਟ ਕਰਦੀ ਹੈ, ਬਕਾਇਆ ਦਾ ਕੋਈ ਡਰ ਨਹੀਂ। ਉਹ ਫਿਰ ਉੱਥੇ ਤੱਕ ਹੀ ਪਹੁੰਚ ਜਾਂਦਾ ਰਹਿੰਦਾ ਜਿਹੜੇ ਲੋਕ ਕਰਦੇ ਨੇ ਉਹਨਾਂ ਦੇ ਨਾਲ ਕੋਆਪਰੇਟ, ਜਾਂ ਫਿਰ ਜਿਹੜੇ ਲੋਕ ਉਹਨਾਂ ਦੇ ਮਨਜ਼ੂਰੇ ਨਜ਼ਰ ਹੁੰਦੇ ਨੇ। ਅੱਛਾ ਮਾਈ ਸਾਹਿਬ, ਅਸੀਂ ਇਹ ਮੁਖਤਲਿਫ ਗਾਣੇ ਸੁਣਦੇ ਆ ਮਾਹੀ ਦੇ ਨਾਂ ਤੋਂ, ਮਾਹੀ ਵੇ, ਜਾਂ ਪਿਛਲੇ ਦਿਨਾਂ 'ਚ ਇੱਕ ਬੜਾ ਮਕਬੂਲ ਹੋਇਆ ਖਤੂਨ ਦਾ ਗਾਣਾ, ਮੇਰੇ ਪਿੰਡ ਨੂੰ ਜਾਂਦਾ ਰਾਹ ਮਾਈ ਆਵੇ ਤੇਰੇ, ਫਿਰ ਮਾਈ ਮਾਈ ਮੈਨੂੰ ਛੱਲਾ ਪਵਾ ਦੇ, ਮਾਈ ਆਵੇ ਮਾਈ। ਇਹ ਸਾਰੇ ਤੁਹਾਡੇ ਲਿਖੇ ਨੇ? ਨਹੀਂ ਬੜਾ ਅੱਛਾ ਤੁਸੀਂ ਸਵਾਲ ਕੀਤਾ ਖਾਲਸਾ ਸਾਹਿਬ। ਮੈਂ ਮੁਹੰਮਦ ਫਿਆਜ਼ ਮਾਹੀ ਹਾਂ, ਅਦੀਬ ਹਾਂ, ਲਿਖਾਰੀ ਹਾਂ, ਰਾਈਟਰ ਹਾਂ। ਮੇਰਾ ਇਹਨਾਂ ਮਾਈਏ ਸ਼ਾਈਏ ਨਾਲ ਕੋਈ ਤਲਕ ਨਹੀਂ ਹੈਗਾ। ਮੇਰੇ ਨਾਮ ਦੇ ਨਾਲ ਜਿਹੜਾ ਲਫ਼ਜ਼ ਮਾਹੀ ਲੱਗਾ ਨਾ, ਉਹ ਮੇਰਾ ਬਾਈ ਬਰਥ ਨਾਮ।
ਅੱਛਾ ਇਹ ਮਾਈਏ ਸ਼ਾਈਏ ਜਿਹੜੇ ਗਾਉਂਦੇ ਨੇ। ਮਤਲਬ ਮਾਹੀ ਜਾਂ ਮਾਈਏ ਨਾਲ ਤੁਹਾਡਾ ਤਲਕ ਕੋਈ ਨਹੀਂ? ਨਹੀਂ, ਇਹ ਪੰਜਾਬੀ ਕਲਚਰ ਆ, ਪੰਜਾਬੀ ਸਕਾਫਤ ਆ, ਇਹਨੂੰ ਮਹਿਬੂਬ ਕਿਹਾ ਜਾਂਦਾ ਹੈ ਮਾਹੀ ਨੂੰ। ਅੱਛਾ ਤੇ ਮੈਂ ਸਮਝਦਾ ਕਿ ਮੇਰੇ ਜਿਹੜੇ ਚਾਹਣ ਵਾਲੇ ਨੇ, ਮੈਂ ਉਹਨਾਂ ਦਾ ਮਹਿਬੂਬ ਹਾਂ। ਅੱਲਾ ਦਾ ਸ਼ੁਕਰ। ਬਰਲ ਅਸੀਂ ਬੜੇ ਮੁਤਾਸਰ ਸੀ ਜੀ ਕਿ ਲਓ ਜੀ ਸਾਡੇ ਮਾਹੀ ਸਾਹਿਬ ਨੇ ਸਾਰੇ ਗਾਣੇ ਲਿਖੇ। ਨਹੀਂ, ਅੱਛਾ, ਤੁਸੀਂ ਉਹ ਮੁਤਾਸਰ ਹੋ ਗਏ ਇੰਟਰਵਿਊ ਕਰਨ ਆ ਗਏ? ਬਸ ਮੇਰਾ ਖਿਆਲ ਆ ਸ਼ਾਇਦ ਕਿਤੇ ਗਲਤੀ ਹੋ ਗਈ। ਇੰਟਰਵਿਊ